ਸੋ ਲਾਸਟ ਅਗਰ 20 ਈਅਰਸ ਦੀ ਮੈਂ ਗੱਲ ਕਰਾਂ ਜੋ ਕਿ ਅਫੀਮ ਤੋਂ ਸਟਾਰਟ ਹੋ ਕੇ ਸਮੈਕ ਤੇ ਆਏ, ਸਮੈਕ ਤੋਂ ਮੈਡੀਕਲ ਨਸ਼ੇ ਜਿਹੜੇ ਹੈਗੇ ਨੇ ਉਹ ਆਏ, ਫਿਰ ਇਹ ਹੈਰੋਇਨ ਆਈ, ਹੈਰੋਇਨ ਤੋਂ ਬਾਅਦ ਹੈਰੋਇਨ ਨੂੰ ਇੰਜੈਕਟ ਕਰਨ ਵਾਲਾ ਫੇਜ਼ ਵੀ ਆਇਆ। ਸੋ ਇਹ ਸਾਰੇ ਫੇਜ਼ਸ ਜਿਹੜੇ ਹੈਗੇ ਨੇ ਜਿਹਨੂੰ ਮੈਂ ਅੱਜ ਤੱਕ ਕਹਾਂ ਕਿ ਇਵੋਲਵ ਕਿਵੇਂ ਹੋਇਆ ਸਾਡੇ ਸਮਾਜ ਦੇ ਵਿੱਚ ਨਸ਼ੇ ਦੀ ਪਰਕੋਲੇਸ਼ਨ ਜਿਹੜੀ ਬਾਰਡਰ ਸਟੇਟ ਹੋਣ ਕਰਕੇ ਔਰ ਯੂਥ ਦਾ ਇਹਦੇ ਵਿੱਚ ਚਪੇਟੇ ਜਾਣਾ ਜਾਂ ਇਹਦੇ ਵਿੱਚ ਆ ਜਾਣਾ, ਇਹ ਦੋ ਫੈਕਟਰਸ ਨੇ ਜਿਹੜੇ ਪੰਜਾਬ ਨੂੰ ਹਮੇਸ਼ਾ ਹੀ ਅਫੈਕਟ ਕਰਦੇ ਰਹੇ ਨੇ ਔਰ ਹੁਣ ਵੀ ਕਰ ਰਹੇ ਨੇ। ਕਿਉਂਕਿ ਯੂਥ ਇੱਕ ਇਹੋ ਜਿਹੀ ਪਾਵਰ ਹੈਗੀ ਹੈ ਜਿਹੜੀ ਸਾਡੀ ਇਕਨੋਮੀ ਨੂੰ ਡਰਾਈਵ ਕਰਦੀ ਹੈ ਔਰ ਸਭ ਤੋਂ ਜ਼ਿਆਦਾ ਕਮਾਲ ਦੀ ਗੱਲ ਹੈ ਕਿ ਅਫੈਕਟ ਹੋਣ ਵਾਲਾ ਜਿਹੜਾ ਵਰਗ ਜਿਹੜਾ ਹੈਗਾ ਸਾਡੀ ਸੁਸਾਇਟੀ ਦਾ ਉਹ ਯੂਥ ਹੀ ਹੈਗਾ। ਬੇਰੁਜ਼ਗਾਰੀ ਇੱਕ ਵੱਡਾ ਮਸਲਾ ਹੈ। ਇਸ ਦੇ ਕਾਰਨ ਹੀ ਅਗਰ ਤੁਸੀਂ ਦੇਖੋ ਰੀਸੈਂਟ ਲਾਸਟ ਅਗਰ 10 ਇਅਰਸ ਦਾ ਤੁਸੀਂ ਡੇਟਾ ਕੱਢੋ ਤੇ 10 ਇਅਰਸ ਪਹਿਲਾਂ ਬਾਹਰ ਦੇ ਕੰਟਰੀ ਦੇ ਅੰਦਰ ਕੋਈ ਐਜੂਕੇਸ਼ਨ ਲੈਣ ਜਾਂ ਨੌਕਰੀ ਲੱਭਣ ਦੇ ਲਈ ਬਹੁਤ ਘੱਟ ਲੋਕ ਜਾਂਦੇ ਸੀਗੇ, ਪਰ ਹੁਣ every year Canada is taking about 3 lakh students every year. D4 न्यूज़ देख रहे तमाम दोस्तों को दीपक भंडारी का नमस्कार। पंजाब में नशा हमेशा ही बड़ा मुद्दा रहा है। पंजाब कांग्रेस के प्रदेश अध्यक्ष नवजोत सिंह सिद्धू भी जो ड्रग की सील बंद रिपोर्ट एक हाई कोर्ट में पड़ी हुई है उसे खोले जाने की बात कर रहे हैं, उसकी मांग कर रहे हैं। क्या कारण है नशे की तरफ लोग जा रहे हैं, कौन सा वर्ग नशे की चपेट में है और किस तरह का ये नशा करते हैं, लोगों को इस नशे की दलदल से कैसे छुटकारा दिलाया जा सकता है, इन सभी चीज़ों को लेकर हम आज बात करेंगे। डॉक्टर हरजोत न्यूरो साइकेट्री सेंटर के जो इंचार्ज हैं, साइकेट्रिस्ट हैं, डॉक्टर हरजोत सिंह मक्कड़ के साथ जाने माने ये मनोरोग विशेषज्ञ हैं। डॉक्टर साहब सत श्री अकाल जी। सत श्री अकाल दीपक जी। D4 न्यूज़ चैनल ਤੁਹਾਡਾ ਸਵਾਗਤ ਹੈ। ਡਾਕਟਰ ਸਾਹਿਬ ਨਸ਼ਾ ਹਮੇਸ਼ਾ ਹੀ ਬਹੁਤ ਵੱਡਾ ਮੁੱਦਾ ਰਿਹਾ ਹੈ ਪੰਜਾਬ ਦੇ ਵਿੱਚ ਤੇ ਐਜ਼ ਅ ਸਾਈਕੈਟਰਿਸਟ ਤੁਸੀਂ ਕੀ ਸਮਝਦੇ ਹੋ ਵੀ ਇਹਦਾ ਰੀਜ਼ਨ ਕੀ ਹੈ? ਦੇਖੋ ਜੇ ਨਸ਼ੇ ਦੀ ਹੁਣ ਆਪਾਂ ਗੱਲ ਕਰੀਏ ਤਾਂ ਨਸ਼ੇ ਦੇ ਅੰਦਰ ਜਿਹੜੀ ਪੰਜਾਬ ਹਮੇਸ਼ਾ ਹੀ ਬਾਰਡਰ ਡਿਸਟ੍ਰਿਕਟ ਹੋਣ ਕਰਕੇ ਇਹਨਾਂ ਨੂੰ ਐਕਸਪੋਜ਼ਡ ਰਿਹਾ। ਹੁਣ ਵੀ ਅਗਰ ਗੱਲ ਕਰੀਏ ਤਾਂ ਗੋਲਡਨ ਕ੍ਰਿਸੈਂਟ ਜਿਹੜਾ ਹੈਗਾ ਅਫਗਾਨਿਸਤਾਨ, ਪਾਕਿਸਤਾਨ ਐਂਡ ਪੰਜਾਬ, ਇਹ ਗੋਲਡਨ ਕ੍ਰਿਸੈਂਟ ਦਾ ਜਿਹੜਾ ਹੈਗਾ ਉਹ ਪਾਰਟ ਰਹੇ ਨੇ। ਸੋ ਇਹਦੇ ਅੰਦਰ ਬਿਕੋਜ਼ ਆਫ ਬੀਇੰਗ ਬਾਰਡਰ ਸਟੇਟ ਹਮੇਸ਼ਾ ਹੀ ਨਸ਼ਾ ਜਿਹੜਾ ਹੈਗਾ ਪਰਕੂਲੇਟ ਕੀਤਾ। ਅਫਗਾਨਿਸਤਾਨ ਤੇ ਪਾਕਿਸਤਾਨ ਦੀ ਕਾਫੀ ਇਕਨੋਮੀ ਜਿਹੜੀ ਹੈਗੀ ਹੈ ਉਹ ਨਸ਼ੇ ਤੋਂ ਚੱਲਦੀ ਹੈ ਕਿਉਂਕਿ ਇਹਦੀ ਖੇਤੀ ਜਿਹੜੀ ਹੈਗੀ ਹੈ ਉਹ ਅਫਗਾਨਿਸਤਾਨ 'ਚ ਜਾਂ ਪਾਕਿਸਤਾਨ ਦੇ ਬਾਰਡਰ ਏਰੀਆਜ਼ ਦੇ ਅੰਦਰ ਹਮੇਸ਼ਾ ਹੀ ਹੁੰਦੀ ਰਹੀ ਹੈ। ਔਰ ਸੈਕਿੰਡ ਬਿਕੋਜ਼ ਸਾਡਾ ਜਿਹੜਾ ਯੂਥ ਹੈਗਾ ਵਾ ਉਹ ਇੱਕ ਹਮੇਸ਼ਾ ਹੀ ਐਡਵੈਂਚਰ ਸੀਕਿੰਗ ਰਿਹਾ ਜਾਂ ਸਮਝ ਲਓ ਕਿ ਆਊਟਗੋਇੰਗ ਰਹੇ ਨੇ, ਤਾਂ ਉਹਦੇ ਕਰਕੇ ਵੀ ਜਿਹੜਾ ਹੈਗਾ ਕਿਉਂਕਿ ਯੂਥ ਇੱਕ ਇਹੋ ਜਿਹੀ ਪਾਵਰ ਹੈਗੀ ਹੈ ਜਿਹੜੀ ਸਾਡੀ ਇਕਨੋਮੀ ਨੂੰ ਡਰਾਈਵ ਕਰਦੀ ਹੈ ਔਰ ਸਭ ਤੋਂ ਜ਼ਿਆਦਾ ਕਮਾਲ ਦੀ ਗੱਲ ਹੈ ਕਿ ਅਫੈਕਟ ਹੋਣ ਵਾਲਾ ਜਿਹੜਾ ਵਰਗ ਜਿਹੜਾ ਹੈਗਾ ਸਾਡੀ ਸੁਸਾਇਟੀ ਦਾ ਉਹ ਯੂਥ ਹੀ ਹੈਗਾ। ਸੋ ਨਸ਼ੇ ਦੀ ਪਰਕੋਲੇਸ਼ਨ ਜਿਹੜੀ ਬਾਰਡਰ ਸਟੇਟ ਹੋਣ ਕਰਕੇ ਔਰ ਯੂਥ ਦਾ ਇਹਦੇ ਵਿੱਚ ਚਪੇਟੇ ਜਾਣਾ ਜਾਂ ਇਹਦੇ ਵਿੱਚ ਆ ਜਾਣਾ, ਇਹ ਦੋ ਫੈਕਟਰਸ ਨੇ ਜਿਹੜੇ ਪੰਜਾਬ ਨੂੰ ਹਮੇਸ਼ਾ ਹੀ ਅਫੈਕਟ ਕਰਦੇ ਰਹੇ ਨੇ ਔਰ ਹੁਣ ਵੀ ਕਰ ਰਹੇ ਨੇ। ਨਹੀਂ ਡਾਕਟਰ ਸਾਹਿਬ, ਯੂਥ ਪਹਿਲਾ ਤੇ ਸਵਾਲ ਹੈ ਵੀ ਯੂਥ ਕਿਉਂ ਇਹਦੀ ਚਪੇਟ 'ਚ ਆ ਰਿਹਾ? ਨੰਬਰ 1 ਨਾਲ ਹੀ ਸਵਾਲ ਹੈ ਵੀ ਕਿਸ ਤਰ੍ਹਾਂ ਦਾ ਨਸ਼ਾ ਲੋਕ ਕਰ ਰਹੇ ਹਨ? ਭੰਡਾਰੀ ਸਾਹਿਬ ਜੇ ਆਪਾਂ ਦੇਖੀਏ ਤਾਂ ਨਸ਼ੇ ਦਾ ਟ੍ਰੈਂਡ ਜਿਹੜਾ ਹੈਗਾ ਓਵਰ ਦਾ ਈਅਰਸ ਜਿਹੜਾ ਹੈਗਾ ਉਹ ਚੇਂਜ ਹੁੰਦਾ ਰਿਹਾ। ਫੋਰ ਐਗਜ਼ਾਮਪਲ ਇਨੀਸ਼ੀਅਲੀ ਅਫੀਮ ਜਿਹੜੀ ਹੈਗੀ ਹੈ ਇਹ ਲਾਇਸੈਂਸਡ ਅਫੀਮ ਜਿਹੜੀ ਹੈ ਸਾਡੇ ਪੰਜਾਬ ਦੇ ਅੰਦਰ ਇਹ ਉਗਾਈ ਵੀ ਜਾਂਦੀ ਰਹੀ ਹੈ। ਸਾਡੀ ਬਾਰਡਰ ਸਟੇਟਸ ਜਿਹੜੀਆਂ ਹੈਗੀਆਂ ਨੇ ਜਿਸ ਤਰ੍ਹਾਂ ਰਾਜਸਥਾਨ ਆ ਉਹਦੇ 'ਚ ਵੀ ਉਗਾਈ ਜਾਂਦੀ ਰਹੀ ਹੈ ਜਾਂ ਹੋਰ ਕੁਝ ਸਟੇਟਸ ਹੈਗੀਆਂ ਜਿਸ ਤਰ੍ਹਾਂ ਮੱਧ ਪ੍ਰਦੇਸ਼ ਜਾਂ ਮਹਾਰਾਸ਼ਟਰ ਹੈਗੀ ਉਹਦੇ ਵਿੱਚ ਵੀ ਲਾਇਸੈਂਸਡ ਕਾਰਡ ਹੋਲਡਰਸ ਹੁੰਦੇ ਨੇ ਜਿਨ੍ਹਾਂ ਕੋਲ ਲਾਇਸੈਂਸ ਹੁੰਦਾ ਹੈ ਕਿ ਇੰਨਾ ਏਰੀਆ ਉਹ ਕਾਸ਼ਤ ਕਰ ਸਕਦੇ ਨੇ ਫॉर ਰਿਸਰਚ ਐਂਡ ਅਦਰ ਪਰਪਸਿਸ। ਸੋ ਉਹ ਜਿਹੜੀ ਕਾਸ਼ਤ ਹੈਗੀ ਹੈ ਜਾਂ ਕੁਝ ਲੋਕ ਜਿਹੜੇ ਇਸ ਚੀਜ਼ ਦੇ ਡਿਪੈਂਡੈਂਟ ਹੈਗੇ ਨੇ ਸੋ ਉਹਨਾਂ ਨੂੰ ਮਿਲਦੀ ਵੀ ਰਹੀ ਸੀਗੀ। ਵਿਦ ਟਾਈਮ ਅਲਕੋਹਲ ਜਿਹੜਾ ਹੈਗਾ ਉਹ ਵੀ ਕਿਸੇ ਸਮੇਂ ਤੇ ਸੋਸ਼ਲ ਡਰਿੰਕਿੰਗ ਔਰ ਸੋਸ਼ਲੀ ਐਕਸੈਪਟੇਬਲ ਡਰਿੰਕਿੰਗ ਦੇ ਕਰਕੇ ਐਲਕੋਹਲ ਵੀ ਕਿਸੇ ਨਾ ਕਿਸੇ ਹੱਦ ਤੱਕ ਜਿਹੜਾ ਹੈਗਾ ਸਾਡੀ ਇੱਕ ਨਸ਼ੇ ਦਾ ਪਾਰਟ ਐਂਡ ਪਾਰਸਲ ਰਿਹਾ ਹੈਗਾ। ਟ੍ਰੈਂਡ ਚੇਂਜ ਹੁੰਦੇ ਗਏ। 1990s ਦੇ ਅੰਦਰ ਸਮੈਕ ਇੰਟਰੋਡਿਊਸ ਹੋਈ ਪੰਜਾਬ ਦੇ ਅੰਦਰ, ਉਦੋਂ ਲੋਕ ਇਹਨੂੰ ਚੰਗਾ ਨਸ਼ਾ ਨਹੀਂ ਸੀ ਗਿਣਦੇ। ਵਿਦ ਟਾਈਮ ਜਿਹੜਾ ਯੂਥ ਹੈਗਾ ਉਹ ਇਹਦੇ ਤੇ ਹੌਲੀ ਹੌਲੀ ਲੱਗ ਗਿਆ ਕਿਉਂਕਿ ਇਹ ਬੜੀ ਇੱਕ ਜਲਦੀ ਹਾਈ ਦਿੰਦਾ ਸੀਗਾ ਜੀ, ਇੱਕਦਮ ਹੀ ਇੱਕ ਹਾਈ ਮਿਲਦੀ ਸੀਗੀ। ਸੋ ਉਹਦੇ ਕਰਕੇ ਯੂਥ ਇਹਨੂੰ ਸਮਝ ਲਓ ਜਿਹਨੂੰ ਸਨਿਫ ਕਹਿੰਦੇ ਨੇ, ਸਨਿਫ ਕਰਦਾ ਸੀਗਾ
ਪੰਨੀ ਜਿਹੜੀ ਹੁੰਦੀ ਆ ਉਹਦੇ ਤੇ ਇਸ ਦੇ ਥੱਲੇ ਇਹਨੂੰ ਫਾਇਰ ਕਰਕੇ ਉਸ ਦਾ ਜਿਹੜੇ ਫਿਊਮਸ ਬਣਾ ਕੇ ਤੇ ਉਸ ਨੂੰ ਸਨਿਫ ਕਰਦਾ ਸੀ। ਸੁੰਘਦੇ ਸੀ, ਮਤਲਬ ਇਨਹੇਲ ਸੁੰਘਦੇ ਸੀ, ਇਨਹੇਲ ਕਰਦੇ ਸੀ ਉਹਦੇ ਫਿਊਮਸ ਨੂੰ। ਸੋ ਇਹ ਜਿਹੜੀ ਚੀਜ਼ ਹੈਗੀ ਸੀ ਇਹ ਇਨੀਸ਼ੀਅਲੀ 1990s ਦੇ ਲਾਸਟ ਵਾਲੇ ਫੇਜ਼ ਦੇ ਅੰਦਰ ਔਰ 2000 ਈਅਰ ਸ਼ੁਰੂ ਦੇ ਹੋਣ ਵਾਲੇ ਫੇਜ਼ ਦੇ ਅੰਦਰ ਸਮੈਕ ਜਿਹੜੀ ਹੈਗੀ ਹੈ ਇਹ ਪੰਜਾਬ ਦੇ ਵਿੱਚ ਕਾਫੀ ਹੱਦ ਤੱਕ ਯੂਥ ਇਹਦੇ ਨਾਲ ਜਿਹੜਾ ਹੈਗਾ ਡਿਪੈਂਡੈਂਟ ਇਹਦੇ ਤੇ ਹੋਣ ਲੱਗ ਪਿਆ ਸੀਗਾ। ਇਹਦੇ ਨਾਲ ਕੁਝ ਕੈਪਸੂਲਸ ਫॉर ਐਗਜ਼ਾਮਪਲ ਪ੍ਰੋਕਸੀਵੋਨ ਹੋ ਗਿਆ, ਟਰਾਮਾਡੋਲ ਹੋ ਗਿਆ ਜਾਂ ਨੀਂਦ ਦੀਆਂ ਗੋਲੀਆਂ ਐਲਪ੍ਰੈਕਸ ਵਗੈਰਾ ਹੋ ਗਈਆਂ। ਸੋ ਇਹ ਜਿਹੜਾ ਹੈਗਾ ਟ੍ਰੈਂਡ ਉਸ ਟਾਈਮ ਦਾ ਇਹ ਟ੍ਰੈਂਡ ਰਿਹਾ ਸੀਗਾ। ਫਿਰ ਜਿਸ ਤਰ੍ਹਾਂ 2003 ਤੋਂ ਬਾਅਦ ਰਿਫਾਈਨਡ ਜਿਹੜੀ ਸਮੈਕ ਹੈਗੀ ਸੀਗੀ ਉਹ ਯਾਨੀ ਹੈਰੋਇਨ ਉਹ ਮਿਲਣੀ ਸ਼ੁਰੂ ਹੋ ਗਈ। ਸੋ ਇਹ ਜਦੋਂ ਸਮੈਕ ਨੂੰ ਉਹ ਚਲਾਉਂਦੇ ਸੀ ਉਹ ਤਿੜ ਦੀ ਆਵਾਜ਼ ਆਉਂਦੀ ਸੀ, ਸੋ ਉਹਨੂੰ ਕ੍ਰੈਕ ਵੀ ਕਹਿੰਦੇ ਸੀਗੇ। ਵਿਦ ਟਾਈਮ ਹੈਰੋਇਨ ਜਿਹੜੀ ਹੈਗੀ ਹੈ ਉਹ ਮਿਲਣੀ ਸ਼ੁਰੂ ਹੋ ਗਈ। ਇਟ ਵਾਸ ਅ ਪਿਊਰੀਫਾਈਡ ਫਾਰਮ। ਇਹ ਥੋੜੀ ਅਮਾਉਂਟ ਹੀ ਉਨਾ ਨਸ਼ਾ ਦੇ ਦਿੰਦੀ ਸੀ ਜਿੰਨਾ ਜਿਹੜੀ ਸਮੈਕ ਹੈਗੀ ਉਹਦਾ ਹਾਈ ਅਮਾਉਂਟ ਦਿੰਦਾ ਸੀ। ਸੋ ਕੁਝ ਟਾਈਮ ਜਿਹੜਾ ਹੈਗਾ ਹੈ ਹੈਰੋਇਨ ਦਾ ਇਹ ਸਨਿਫਿੰਗ ਵਾਲਾ ਟ੍ਰੈਂਡ ਜਿਹੜਾ ਹੈਗਾ ਉਹ ਮਾਰਕੀਟ ਦੇ ਅੰਦਰ ਲੋਕਾਂ ਨੂੰ ਉਹ ਚੀਜ਼ ਰਹੀ। ਫਿਰ ਇਸ ਤੋਂ ਬਾਅਦ ਜਿਹੜਾ ਸਭ ਤੋਂ ਖਤਰਨਾਕ ਟ੍ਰੈਂਡ ਹੈਗਾ ਸੀਗਾ ਉਹ ਸੀਗਾ ਹੈਰੋਇਨ ਨੂੰ ਇੰਜੈਕਟ ਕਰਨ ਦਾ ਟ੍ਰੈਂਡ। ਕਿਉਂਕਿ ਲੋਕ ਚਾਹੁੰਦੇ ਆ ਕਿ ਥੋੜੀ ਅਮਾਉਂਟ, ਕਿਉਂਕਿ ਇਹਦੀ ਦੇਖੋ ਪ੍ਰਾਈਸ ਬਹੁਤ ਜ਼ਿਆਦਾ ਹੈ, ਇਹ ਕਰੀਬਨ 4 ਤੋਂ 5000 ਰੁਪਏ ਗ੍ਰਾਮ ਇੰਨੀ ਕਿ ਦੀ ਅਮਾਉਂਟ ਰਹੀ ਹੈ। ਸਟਰੀਟ ਵੈਲਿਊ ਜਿਹੜੀ ਹੈਗੀ ਹੈ ਇੰਨੀ ਕੁ ਰਹਿੰਦੀ ਹੈ। ਸੋ ਇਹਦੇ ਨਾਲ ਲੋਕਾਂ ਨੂੰ ਹਾਈ ਜਦੋਂ ਚਾਹੀਦੀ ਸੀਗੀ ਤੇ ਫਿਰ ਉਹ ਲੋਕਾਂ ਨੇ ਉਹਨੂੰ ਇੰਜੈਕਟ ਕਰਨਾ ਸ਼ੁਰੂ ਕਰਤਾ। ਇੰਜੈਕਸ਼ਨ ਦੇ ਨਾਲ ਇਹ ਪ੍ਰੋਬਲਮਸ ਵੀ ਆਉਂਦੀਆਂ ਕਿਉਂਕਿ ਇਹਦੇ ਅੰਦਰ ਇੰਪਿਊਰਿਟੀਜ਼ ਵੀ ਹੁੰਦੀਆਂ ਨੇ ਔਰ ਇਹਦੇ ਅੰਦਰ ਕੁਝ ਸਬਸਟੈਂਸਸ ਫॉर ਐਗਜ਼ਾਮਪਲ ਆਕਸੀਕੋਡੋਨ ਹੈ ਜਾਂ ਪ੍ਰੋਪੋਕਸੀਫੀਨ ਹੈ ਜਾਂ ਅਦਰ chemicals ਹੈਗੇ ਇਹਦੇ ਅੰਦਰ, ਕਿਉਂਕਿ it is a crude form, it is not industrially manufactured or manufactured under licenses, it's something which is crude. So chemicals और ये वो चीज़ां ਜਿਹੜੀਆਂ ਇਹਦੇ ਅੰਦਰ ਮਿਕਸਡ ਹੈ ਜਾਂ crude form ਇਹਦੀ ਹੈਗੀ ਹੈ, ਉਹਦੇ ਕਰਕੇ ਵੇਜ਼ੋਵੇਗਲ ਸ਼ੌਕਸ ਵੀ ਹੋਏ ਲੋਕਾਂ ਨੂੰ, ਲੋਕਾਂ ਦੀਆਂ ਡੈਥਸ ਵੀ ਹੋਈਆਂ, ਸੀਜ਼ਰਸ ਵੀ ਆਏ ਲੋਕਾਂ ਨੂੰ, ਜਾਂ ਇੰਪਿਊਰਿਟੀਜ਼ ਜਿਸ ਕਿਸਮ ਦੀਆਂ ਹੋਣੀਆਂ ਤਾਂ ਉਹਦੇ ਕਰਕੇ ਲਿਵਰ ਡੈਮੇਜ, ਉਹਦੇ ਕਰਕੇ ਹੋਰ ਰੀਨਲ ਫੰਕਸ਼ਨ ਡੈਮੇਜ ਜਾਂ ਹੋਰ ਇਹਦੇ ਅੰਦਰ ਜਿਹੜੀਆਂ ਜੇ ਅਗਰ ਪੇਨ ਕਿਲਰਸ ਮਿਕਸ ਸੀਗੇ ਜਾਂ ਨੀਂਦ ਦੀਆਂ ਗੋਲੀਆਂ ਮਿਕਸ ਸੀਗੀਆਂ ਸੋ ਉਹ ਕੰਪਲਿਕੇਸ਼ਨਸ ਜਿਹੜੀਆਂ ਹੈਗੀਆਂ ਆਉਣੀਆਂ ਸ਼ੁਰੂ ਹੋ ਗਈਆਂ। ਸੋ ਲਾਸਟ ਅਗਰ 20 ਇਅਰਸ ਦੀ ਮੈਂ ਗੱਲ ਕਰਾਂ ਜੋ ਕਿ ਅਫੀਮ ਤੋਂ ਸਟਾਰਟ ਹੋ ਕੇ ਸਮੈਕ ਤੇ ਆਏ, ਸਮੈਕ ਤੋਂ ਮੈਡੀਕਲ ਨਸ਼ੇ ਜਿਹੜੇ ਹੈਗੇ ਨੇ ਉਹ ਆਏ, ਫਿਰ ਇਹ ਹੈਰੋਇਨ ਆਈ, ਹੈਰੋਇਨ ਤੋਂ ਬਾਅਦ ਹੈਰੋਇਨ ਨੂੰ ਇੰਜੈਕਟ ਕਰਨ ਵਾਲਾ ਫੇਜ਼ ਵੀ ਆਇਆ। ਸੋ ਇਹ ਸਾਰੇ ਫੇਜ਼ਸ ਜਿਹੜੇ ਹੈਗੇ ਨੇ ਜਿਹਨੂੰ ਮੈਂ ਅੱਜ ਤੱਕ ਕਹਾਂ ਕਿ ਇਵੋਲਵ ਕਿਵੇਂ ਹੋਇਆ ਸਾਡੇ ਸਮਾਜ ਦੇ ਵਿੱਚ ਨਸ਼ਾ ਔਰ ਅਫੈਕਟ, ਮੈਂ ਪਹਿਲਾਂ ਵੀ ਕਿਹਾ ਇਹ ਗੱਲ, ਅਫੈਕਟ ਜਿਹੜਾ ਕੀਤਾ ਹੈਗਾ ਉਹ ਯੂਥ ਨੂੰ 15 ਤੋਂ 35 ਸਾਲ ਵਾਲਾ ਯੂਥ ਜਿਹੜਾ ਹੈਗਾ ਦ ਪ੍ਰੋਡਕਟਿਵ ਯੂਥ ਆਫ ਦ ਸਟੇਟ ਇਹਦੇ ਅੰਦਰ ਕੀਤਾ। ਹੁਣ ਇਹਦੇ ਅੰਦਰ ਅਗਰ ਸਮਾਜਿਕ ਫੈਕਟਰਸ ਦੀ ਮੈਂ ਗੱਲ ਕਰਾਂ ਤਾਂ ਸਾਡੇ ਪੰਜਾਬ ਦੀ ਵਿਡੰਬਨਾ ਹਮੇਸ਼ਾ ਹੀ ਇਹ ਰਹੀ ਹੈ ਕਿ ਇੰਡਸਟਰੀ ਹੌਲੀ ਹੌਲੀ ਕਰਕੇ ਇੱਥੋਂ ਚਲੀ ਗਈ। MNCs ਯਾਨੀ ਮਲਟੀਨੈਸ਼ਨਲ ਕੰਪਨੀਜ਼ ਨੇ ਇੱਥੇ ਇਨਵੈਸਟਮੈਂਟ ਪੰਜਾਬ ਦੇ ਅੰਦਰ ਬਹੁਤ ਘੱਟ ਕੀਤੀ ਹੈ। ਹੁਣ ਵੀ ਅਗਰ ਆਪਾਂ ਸਟੇਟ ਦੇ ਵੀ ਅੰਕੜੇ ਦੇਖਾਂਗੇ ਤੇ ਬਹੁਤ ਘੱਟ MNCs ਜਿਹੜੀਆਂ ਹੈਗੀਆਂ ਪੰਜਾਬ ਦੇ ਅੰਦਰ ਹੈਗੀਆਂ, ਜੇ ਹੈਗੀਆਂ ਤਾਂ ਚੰਡੀਗੜ੍ਹ ਵਾਲੀ ਸਾਈਡ ਤੇ ਜ਼ਿਆਦਾ ਹੈਗੀਆਂ ਜਾਂ ਹਿਮਾਚਲ ਵਾਲੀ ਸਾਈਡ ਤੇ ਜ਼ਿਆਦਾ ਹੈਗੀਆਂ। ਸੋ ਉਹਦੇ ਕਾਰਨ ਕਿਉਂਕਿ ਇੱਕ ਪੜ੍ਹਿਆ ਲਿਖਿਆ ਯੂਥ ਸਾਡਾ ਜਿਹੜਾ ਹੈਗਾ ਉਹ ਇੰਪਲੋਇਡ ਨਹੀਂ ਹੋ ਪਾ ਰਿਹਾ, ਬੇਰੋਜ਼ਗਾਰੀ ਇੱਕ ਵੱਡਾ ਮਸਲਾ ਹੈ। ਇਸ ਦੇ ਕਾਰਨ ਹੀ ਅਗਰ ਤੁਸੀਂ ਦੇਖੋ ਰੀਸੈਂਟ ਲਾਸਟ ਅਗਰ 10 ਇਅਰਸ ਦਾ ਤੁਸੀਂ ਡੇਟਾ ਕੱਢੋ ਤੇ 10 ਇਅਰਸ ਪਹਿਲਾਂ ਬਾਹਰ ਦੇ ਕੰਟਰੀ ਦੇ ਅੰਦਰ ਕੋਈ ਐਜੂਕੇਸ਼ਨ ਲੈਣ ਜਾਂ ਨੌਕਰੀ ਲੱਭਣ ਦੇ ਲਈ ਬਹੁਤ ਘੱਟ ਲੋਕ ਜਾਂਦੇ ਸੀਗੇ, ਪਰ ਹੁਣ ਐਵਰੀ ਈਅਰ ਕੈਨੇਡਾ ਇਜ਼ ਟੇਕਿੰਗ ਅਬਾਊਟ 3 ਲੱਖ ਸਟੂਡੈਂਟਸ ਐਵਰੀ ਈਅਰ। ਇਸੇ ਤਰ੍ਹਾਂ ਇੰਗਲੈਂਡ, ਇਸੇ ਤਰ੍ਹਾਂ ਹੀ ਆਸਟ੍ਰੇਲੀਆ, ਇਹ ਸਾਰੇ ਸਟੂਡੈਂਟਸ ਇੱਥੋਂ ਜਾ ਰਹੇ ਨੇ ਔਰ ਇਹ ਸਟੂਡੈਂਟਸ ਨੇ ਫਿਊਚਰ ਨਹੀਂ ਲੱਗ ਰਿਹਾ ਇੱਥੇ ਪੰਜਾਬ ਦੇ ਅੰਦਰ। ਅੱਛਾ ਡਾਕਟਰ ਸਾਹਿਬ, ਇਹਦੇ ਨਾਲ ਇੱਕ ਸਵਾਲ ਹੈ, ਦੇਖੋ ਸਰਕਾਰਾਂ ਸਖਤ ਨੇ ਨਸ਼ੇ ਨੂੰ ਲੈ ਕੇ, ਸਰਕਾਰਾਂ ਨੇ ਕਈ ਸਾਰੇ ਸਖਤੀ ਵੀ ਬਹੁਤ ਜ਼ਿਆਦਾ ਕੀਤੀ ਹੈ, ਤੁਸੀਂ ਕਈ ਜਗ੍ਹਾ ਲੈਕਚਰਸ ਦਿੱਤੇ ਨਸ਼ੇ ਨੂੰ ਲੈ ਕੇ, ਤੁਸੀਂ ਕਾਫੀ ਸਾਲਾਂ ਤੋਂ ਨਸ਼ੇ ਦੇ ਜਿਹੜੇ ਆਦੀ ਹੋ ਚੁੱਕੇ ਉਹਨਾਂ ਪੇਸ਼ੈਂਟਸ ਨੂੰ ਟਰੀਟ ਵੀ ਕਰ ਰਹੇ ਹੋ, ਤੇ ਡਾਕਟਰ ਸਾਹਿਬ ਤੁਸੀਂ ਜਦੋਂ ਉਹਨਾਂ ਨੂੰ ਪੁੱਛਦੇ ਹੋ ਤੇ ਉਹ ਕੀ ਕਹਿੰਦੇ ਨੇ ਵੀ ਕਿਆ ਨਸ਼ਾ ਈਜ਼ੀਲੀ ਅਵੇਲੇਬਲ ਹੋ ਜਾਂਦਾ ਹੈ? ਇਸ ਤਰ੍ਹਾਂ ਹੈ ਕਿ ਹੁਣ ਹੌਲੀ ਹੌਲੀ ਸਰਕਾਰ ਦੀ ਅਵੇਅਰਨੈਸ ਜਦੋਂ ਵਧੀ ਹੈ, ਇਨਫੈਕਟ ਕਈ ਮੀਟਿੰਗਸ ਮੈਂ ਵੀ ਗਿਆ, ਜਦੋਂ ਚੰਡੀਗੜ੍ਹ ਮੀਟਿੰਗਸ ਹੋਈਆਂ ਸੀ ਉਹਨਾਂ 'ਚ ਗਿਆ, ਉਹਨਾਂ ਦੇ ਲੋਕ ਜੋ ਟ੍ਰੈਂਡਸ ਨੇ ਗਵਰਨਮੈਂਟ ਹੈਜ਼ ਟੇਕਨ ਐਟਲੀਸਟ ਦਿਸ ਗਵਰਨਮੈਂਟ ਹੈਜ਼ ਟੇਕਨ ਇਟ ਐਟ ਅ ਵੈਰੀ ਸੀਰੀਅਸ ਨੋਟ ਜੀ। ਲੋਕਾਂ ਦੀ ਓਪੀਨੀਅਨ ਵੀ ਹੋਈ, ਡਾਕਟਰਸ ਦੀ ਓਪੀਨੀਅਨਸ ਹੋਈਆਂ, ਉੱਥੇ ਹੈਡਸ ਆਫ ਦੀ ਮੈਡੀਕਲ ਕਾਲਜਸ ਸੀਗੇ, ਹੋਰ ਲੋਕ ਵੀ ਉੱਥੇ ਮੀਟਿੰਗਸ ਅੰਦਰ ਆਏ ਸੀਗੇ। ਸੋ ਪੀਪਲ ਐਂਡ ਗਵਰਨਮੈਂਟ ਪੀਪਲ ਸਪੈਸ਼ਲੀ ਆਰ ਮੋਰ ਅਵੇਅਰ
STF ਦਾ ਇੱਕ ਸਪੈਸ਼ਲ ਸੈੱਲ ਵੀ ਬਣਾਇਆ ਗਿਆ ਜੀ ਜੀ ਜਿਹੜਾ ਨਾਰਕੋਟਿਕਸ ਦਾ ਉਹ ਵੀ ਚੀਜ਼ਾਂ ਕੀਤੀਆਂ ਗਈਆਂ। ਸੋ ਇਹਦੇ ਨਾਲ ਨਸ਼ਾ ਕਾਫੀ ਭਾਰੀ ਮਾਤਰਾ ਦੇ ਅੰਦਰ ਫੜਿਆ ਵੀ ਗਿਆ, ਇਹ ਗੱਲ ਨਹੀਂ ਹੈ। ਔਰ ਗਵਰਨਮੈਂਟ ਇਹਦੇ ਬਾਰੇ ਸੀਰੀਅਸ ਹੈਗੀ ਆ। ਸੋ ਇਹਦੇ 'ਚ ਆਪਾਂ ਇਹ ਦੇਖ ਸਕਦੇ ਹਾਂ ਸੀਰੀਅਸਨੈਸ ਗਵਰਨਮੈਂਟ ਦੀ ਕਿ ਓਟ ਸੈਂਟਰਸ ਦੇ ਵਿੱਚ ਫ੍ਰੀ ਮੈਡੀਸਿਨ ਜਿਹੜੀ ਹੈਗੀ ਹੈ, ਜਿਹੜੇ ਲੋਕ ਡਰੱਗ ਡਿਪੈਂਡੈਂਟ ਹੈਗੇ ਨੇ ਜਾਂ ਸਬਸਟੈਂਸ ਡਿਪੈਂਡੈਂਟ ਹੈਗੇ ਨੇ, ਉਹਨਾਂ ਨੂੰ ਮੈਡੀਸਿਨ ਵੀ ਫ੍ਰੀ ਮਿਲਦੀ ਹੈਗੀ ਹੈ। ਬਿਊਪਰੀਨੋਰਫਿਨ ਜਿਹਨੂੰ ਆਪਾਂ ਕਹਿ ਲਈਏ ਉਹ ਵੀ ਫ੍ਰੀ ਮਿਲਦੀ ਹੈਗੀ ਹੈ, ਕਿਉਂਕਿ ਇਟ ਵਾਸ ਟੂ ਬੀ ਡਨ ਐਟ ਸੱਚ ਅ ਮਾਸ ਸਕੇਲ ਬਿਕੋਜ਼ ਕੁਆਂਟਮ ਆਫ ਪੀਪਲ ਕਰੀਬਨ 3.5 ਲੱਖ ਲੋਕ ਰਜਿਸਟਰਡ ਹੈਗੇ ਆ ਗਵਰਨਮੈਂਟ ਪੋਰਟਲ ਦੇ ਉੱਪਰ ਜੀ। ਅੱਛਾ ਨਸ਼ੇ ਤੁਸੀਂ ਗੱਲ ਪੰਜਾਬ ਦੀ ਕਰ ਰਹੇ ਹੋ? ਪੰਜਾਬ ਦੀ ਗੱਲ ਕਰ ਰਹੇ ਹਾਂ। 3.5 ਲੱਖ ਲੋਕ ਗਵਰਨਮੈਂਟ ਪੋਰਟਲ ਤੇ ਰਜਿਸਟਰਡ ਹੈਗੇ ਜਿਹੜੇ ਨਸ਼ਾ ਕਰਦੇ ਸੀ ਤੇ ਟ੍ਰੀਟਮੈਂਟ ਲੈ ਉਹਨਾਂ ਰਹੇ ਨੂੰ ਬੁਪਰੀਨੋਰਫਿਨ ਤੇ ਪਾਇਆ ਗਿਆ ਜਾਂ ਟ੍ਰੀਟਮੈਂਟ ਜਿਹੜੇ ਲੈ ਰਹੇ ਨੇ, ਕਿਸੇ ਵੀ ਕਿਸਮ ਦਾ ਟ੍ਰੀਟਮੈਂਟ ਹੈ, ਚਾਹੇ ਉਹ ਡੀਟੌਕਸੀਫਿਕੇਸ਼ਨ ਹੈ, ਚਾਹੇ ਉਹ ਐਗੋਨਿਸਟ ਟ੍ਰੀਟਮੈਂਟ ਯਾਨੀ ਬੁਪਰੀਨੋਰਫਿਨ ਹੈਗੀ ਹੈ, ਜਾਂ ਅਦਰ ਮੋਡੈਲਿਟੀਜ਼ ਆਫ ਟ੍ਰੀਟਮੈਂਟ ਹੈਗੇ। ਕਰੀਬਨ 3.5 ਲੱਖ ਲੋਕ ਪੋਰਟਲ ਤੇ ਰਜਿਸਟਰਡ ਹੋਏ ਨੇ। ਡਾਕਟਰ ਸਾਹਿਬ ਉਹੀ ਸਵਾਲ ਹੈ ਵੀ ਕਿਆ ਈਜ਼ੀਲੀ ਅਵੇਲੇਬਲ ਹੈ, ਕਿਉਂਕਿ ਤੁਸੀਂ ਕਾਉਂਸਲਿੰਗ ਵੀ ਕਰਦੇ ਹੋ। ਕਾਉਂਸਲਿੰਗ ਇਜ਼ ਵਨ ਆਫ ਦਾ ਪਾਰਟ ਕਿ ਜਦੋਂ ਤੁਸੀਂ ਟ੍ਰੀਟਮੈਂਟ ਕਰਦੇ ਹੋ ਹਾਂਜੀ, ਤੇ ਉਦੋਂ ਤੁਸੀਂ ਜ਼ਰੂਰ ਪੁੱਛਦੇ ਹੋਣੇ ਹੋ ਉਹਨਾਂ ਨੂੰ। ਨਹੀਂ, ਕਾਉਂਸਲਿੰਗ ਵੀ ਹੁੰਦੀ ਹੈ ਜੀ ਉਹਨਾਂ ਦੀ ਇੰਟਰਵਿਊਜ਼ ਜਿਹੜੇ ਹੈਗੇ ਨੇ, ਇਨੀਸ਼ੀਅਲ ਉਹਨਾਂ ਦਾ ਇੰਟਰਵਿਊ ਜਿਹੜਾ ਹੈ ਫੈਮਿਲੀ ਇੰਟਰਵਿਊ ਜਾਂ ਉਹਨਾਂ ਦਾ ਇੰਟਰਵਿਊ ਉਹ ਵੀ ਹੁੰਦਾ ਹੈ। ਉਹ ਕਿਆ ਉਹਦੇ 'ਚ ਹੀ ਦੱਸ ਰਿਹਾ ਮੈਂ, ਉਹਦੇ 'ਚ ਹੀ ਦੱਸ ਰਿਹਾ ਕਿ ਕੁਝ ਜਗ੍ਹਾ ਦੇ ਉੱਤੇ ਮੰਨ ਲਓ ਨਸ਼ੇ ਦੀ ਅਵੇਲੇਬਿਲਿਟੀ ਘਟੀ ਹੈ। ਸੋ ਇਹਦੇ ਅੰਦਰ 3 ਜਿਹੜੇ ਸਟੈਪਸ ਹੈਗੇ ਨੇ ਕਿ ਕੱਟ ਆਫ ਦ ਸਪਲਾਈ ਲਾਈਨ, ਸੈਕੰਡ ਇਜ਼ ਟ੍ਰੀਟਮੈਂਟ ਐਂਡ ਥਰਡ ਇਜ਼ ਰੀਹੈਬਿਲਿਟੇਸ਼ਨ। So government is now focusing on all the 3 steps. Now if we talk about cut off supply line, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਪਿਛਲੇ ਤੁਸੀਂ ਰੋਜ਼ ਦੇਖਦੇ ਹੋ ਹਾਂ ਕਾਫੀ ਸਮਾਨ ਪਕੜਿਆ ਗਿਆ, ਪਿੱਛੇ ਦੇ ਕਰੋੜ ਬਹੁਤ ਸਾਰਾ ਸਮਾਨ ਜਲਾਇਆ ਵੀ ਗਿਆ ਸੀਗਾ ਪੁਲਿਸ ਵੱਲੋਂ, ਮਤਲਬ ਬਹੁਤ ਹਾਈ ਕੁਆਂਟੀਟੀ ਸਮਾਨ ਖੰਨਾ ਪੇਪਰ ਮਿਲ ਦੇ ਅੰਦਰ ਕਰੀਬਨ ਜਿਹੜੀ ਇਟ ਵਾਸ ਇਨ ਹਿਊਜ ਕੁਆਂਟੀਟੀ। ਡਾਕਟਰ ਸੁਖਚੈਨ ਗਿੱਲ ਨੇ ਉਹਨੂੰ ਸਾੜਿਆ ਵੀ ਸੀਗਾ, ਮੈਂ ਉਹ ਕਵਰ ਕੀਤੀ ਸੀ ਸਟੋਰੀ। ਸੋ ਉਹ ਚੀਜ਼ਾਂ ਅਗਰ ਆਪਾਂ ਨੋਟਿਸ ਕਰੀਏ ਤਾਂ ਉਹਦੇ ਅੰਦਰ ਤੁਸੀਂ ਦੇਖੋ ਗਵਰਨਮੈਂਟ ਦੀ ਵੇਲ ਹੈ ਉਹਦੇ ਅੰਦਰ। ਬਟ ਦੇਖੋ ਕਿਉਂਕਿ ਇਹ ਬਹੁਤ ਸਾਰੇ ਸਾਲਾਂ ਤੋਂ ਇਹ ਚੱਲ ਰਿਹਾ ਹੈਗਾ, ਇੱਕਦਮ ਇਹ ਸੋਚ ਪਾਣਾ ਕਿ ਇਟ ਵਿਲ ਬੀ ਲਾਈਕ ਓਵਰ ਇਨ ਫਿਊ ਵੀਕਸ ਔਰ ਫਿਊ ਮੰਥਸ, ਇਟ ਇਜ਼ ਨਾਟ ਪੋਸੀਬਲ। ਨਹੀਂ ਬਟ ਪੀਪਲ ਸੇਜ਼ ਜੋ ਜਿਹੜੇ ਨਸ਼ਲ ਨੇ ਕਿਆ ਇਹ ਅਵੇਲੇਬਲ ਹੈ ਈਜ਼ੀਲੀ? ਦੇਖੋ ਅਵੇਲੇਬਲ ਤਾਂ ਹੈਗਾ ਤਾਂ ਹੀ ਲੋਕ ਲੈ ਰਹੇ ਨੇ ਨਾ, ਅਵੇਲੇਬਿਲਿਟੀ ਹੈਗੀ ਹੈ ਤਾਂ ਲੋਕ ਲੈ ਰਹੇ ਆ, ਬਟ ਇਟ ਹੈਜ਼ ਬਿਕਮ ਟਫ ਦੈਨ ਪ੍ਰੀਵੀਅਸ ਟਾਈਮਸ। ਇਹ ਹੌਲੀ ਹੌਲੀ ਕਰਕੇ ਟਫ ਹੋਇਆ ਵਾ। ਤੇ ਇਹਦਾ ਵੀ ਡਾਕਟਰ ਫਿਰ ਇੱਕ ਟਫ ਹੁੰਦਾ ਇੱਕ ਰੀਜ਼ਨ ਹੈ ਜਿਹਦੇ ਕਰਕੇ ਸਪਲਾਈ ਲਾਈਨ, ਕੱਟ ਆਫ ਸਪਲਾਈ ਲਾਈਨ ਇਜ਼ ਵਨ ਆਫ ਦ ਇਹਦੇ ਕਰਕੇ ਵੀ 3.5 ਲੱਖ ਲੋਕ ਜਿਹੜੇ ਆ ਉਹਦੇ ਤੇ ਆ ਗਏ, ਉਹ ਟ੍ਰੀਟਮੈਂਟ ਲੈ ਰਹੇ ਨੇ, ਟ੍ਰੀਟਮੈਂਟ ਲੈਣ ਆ ਗਏ ਨਾ ਜੀ, ਟ੍ਰੀਟਮੈਂਟ ਲੈਣ ਲਈ ਆ ਗਏ। ਸੋ ਮੈਂ ਉਹੀ ਉਸੇ ਤੇ ਹੀ ਆਉਣ ਲੱਗਿਆ ਸੀਗਾ ਕਿ ਸਭ ਤੋਂ ਪਹਿਲਾ ਸਟੈਪ ਇਜ਼ ਕੱਟ ਆਫ ਦ ਸਪਲਾਈ ਲਾਈਨ। ਸੋ ਸਪਲਾਈ ਲਾਈਨ ਕੱਟ ਆਫ ਸਾਨੂੰ ਇਸ ਚੀਜ਼ ਤੋਂ ਪਤਾ ਲੱਗਦਾ ਗਵਰਨਮੈਂਟ ਦੀ ਸੀਰੀਅਸਨੈਸ ਕਿ ਲੋਕ ਪਕੜੇ ਜਾ ਰਿਹਾ ਨਸ਼ਾ। ਸੈਕਿੰਡ ਜਿਹੜੀ ਚੀਜ਼ ਹੈਗੀ ਹੈ ਟ੍ਰੀਟਮੈਂਟ ਪਾਰਟ। ਟ੍ਰੀਟਮੈਂਟ ਪਾਰਟ ਦੇ ਅੰਦਰ ਨਵੇਂ ਲਾਇਸੈਂਸ ਨਵੇਂ ਸੈਂਟਰਸ ਨੂੰ ਜਾਂ ਕੁਆਲੀਫਾਈਡ ਡਾਕਟਰਸ ਨੂੰ ਕਾਫੀ ਦਿੱਤੇ ਗਏ ਨੇ, ਚੈੱਕਸ ਐਂਡ ਬੈਲੈਂਸਿਸ ਰੱਖੇ ਗਏ ਨੇ ਉਹਦੇ ਉੱਤੇ। ਟ੍ਰੀਟਮੈਂਟ ਨੂੰ ਸਟ੍ਰੀਮਲਾਈਨ ਕਰਨ ਦੇ ਲਈ ਗਵਰਨਮੈਂਟ ਦਾ ਇੱਕ ਪੋਰਟਲ ਬਣਾਇਆ ਗਿਆ ਜਿਹਦੇ ਉੱਤੇ ਆਧਾਰ ਕਾਰਡ ਨਾਲ ਲਿੰਕ ਕਰਕੇ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਮੋਡੈਲਿਟੀ ਉਹਨਾਂ ਨੂੰ ਚੱਲ ਰਹੀ ਹੈ, ਚਾਹੇ ਕਿਸੇ ਵੀ ਕਿਸਮ ਦੀ ਹੈ, ਦੈਟ ਡਿਪੈਂਡਸ ਔਨ ਦ ਡਾਕਟਰ ਹੂ ਇਜ਼ ਗਿਵਿੰਗ ਦ ਟ੍ਰੀਟਮੈਂਟ ਮੋਡੈਲਿਟੀ, ਕਿ ਕਿਸੇ ਨੇ ਡੀਟੌਕਸੀਫਿਕੇਸ਼ਨ ਕਰਾਣੀ ਹੈ, ਕਿਸੇ ਨੇ ਐਗੋਨਿਸਟ ਟ੍ਰੀਟਮੈਂਟ ਲੈਣਾ। ਸਪੈਸ਼ਲੀ ਹੁਣ ਜਿਹੜੇ IV ਅਬਿਊਜ਼ਰਸ ਨੇ, ਜਿਹੜੇ ਟੀਕੇ ਲਗਾਉਂਦੇ ਨੇ, ਦੇ ਹੈਵ ਟੂ ਬੀ ਸ਼ਿਫਟਡ ਟੂ ਐਗੋਨਿਸਟ ਟ੍ਰੀਟਮੈਂਟ। ਅੱਛਾ ਡਾਕਟਰ ਇਹ ਵੀ ਇੱਕ ਬੜੀ ਕਹਿੰਦੇ ਕੰਟਰੋਵਰਸੀ ਰਹੀ। ਦੇਖੋ ਇੱਕ ਨਸ਼ਾ ਛੁਡਾਉਣ ਲਈ ਦੂਸਰਾ ਨਸ਼ਾ ਲਗਾਇਆ ਜਾ ਰਿਹਾ, ਸਟੈਪ ਬਾਈ ਸਟੈਪ ਉਹਨਾਂ ਚੀਜ਼ਾਂ ਤੇ ਆ ਰਹੇ ਹਾਂ, ਸਟੈਪ ਬਾਈ ਸਟੈਪ ਆ ਰਹੇ ਹਾਂ ਉਹਨਾਂ ਤੇ। ਦੇਖੋ ਅਗਰ ਸੈਕੰਡ ਮੋਡੈਲਿਟੀ ਆਫ ਟ੍ਰੀਟਮੈਂਟ ਜਿਹੜੀ ਹੈ ਉਹ ਡਾਕਟਰ ਤੇ ਡਿਪੈਂਡ ਕਰਦੀ ਹੈ ਜਿਹਦੇ ਕੋਲੋਂ ਟ੍ਰੀਟਮੈਂਟ ਚੱਲ ਰਿਹਾ। ਜਿਸ ਤਰ੍ਹਾਂ ਮੰਨ ਲਓ ਸ਼ੂਗਰ ਡਾਇਬੀਟੀਜ਼ ਦਾ ਪੇਸ਼ੈਂਟ ਹੈ ਤਾਂ ਡਾਕਟਰ ਤੇ ਡਿਪੈਂਡ ਕਰਦਾ ਹੈ ਕਿ ਡਾਕਟਰ ਨੂੰ ਕਿਹੜੀ ਮੈਡੀਸਿਨ ਉਹਦੇ ਅਕੋਰਡਿੰਗਲੀ ਲੈ ਰਿਹਾ ਹੈਗਾ। ਸੋ ਇਹਦੇ ਅੰਦਰ ਜਿਹੜਾ ਟ੍ਰੀਟਮੈਂਟ ਮੋਡੈਲਿਟੀ ਜਿਹੜੀ ਇਹਦੇ ਅੰਦਰ ਜਿਹੜੀ ਓਟ ਸੈਂਟਰ ਦੇ ਅੰਦਰ ਜਾਂ ਓਪੀਓਇਡ ਅਸਿਸਟਡ ਟ੍ਰੀਟਮੈਂਟ ਥੈਰੇਪੀ ਜਿਹੜੀ ਹੈਗੀ ਹੈ ਉਹ ਓਟ ਸੈਂਟਰਸ ਦੇ ਅੰਦਰ ਜਿਹੜੀ ਮਿਲ ਰਹੀ ਹੈ, ਜਾਂ ਸਮਝ ਲਓ ਕਿ ਜਿਹੜੇ ਡੈਪੋ ਗਰੁੱਪਸ ਬਣਾਏ ਗਏ ਨੇ, ਡੈਪੋ ਗਰੁੱਪਸ ਹੈਵ ਬੀਨ ਮੇਡ ਟੂ ਕ੍ਰੀਏਟ ਐਨ ਅਵੇਅਰਨੈਸ। ਇਸੇ ਤਰ੍ਹਾਂ ਮਾਈ ਬਡੀ ਪ੍ਰੋਗਰਾਮ ਸਕੂਲਸ ਕਾਲਜਸ ਦੇ ਅੰਦਰ ਲਾਂਚ ਕੀਤਾ ਗਿਆ ਕਿ ਲੋਕਾਂ ਨੂੰ ਇਸ ਚੀਜ਼ ਦੀ ਅਵੇਅਰਨੈਸ ਹੋਵੇ। ਸੋ ਉਹਦਾ ਰਿਜ਼ਲਟ ਕੀ ਨਿਕਲਿਆ? ਰਿਜ਼ਲਟ ਇਹ ਨਿਕਲਿਆ ਕਿ ਲੋਕੀ ਐਟਲੀਸਟ ਕਿਸੇ ਵੀ ਮੋਡੈਲਿਟੀ ਦਾ ਟ੍ਰੀਟਮੈਂਟ, ਚਾਹੇ ਉਹ ਬਿਊਪਰੀਨੋਰਫਿਨ ਹੈ ਟ੍ਰੀਟਮੈਂਟ ਮੋਡੈਲਿਟੀ, ਜਾਂ ਪਾਰਸ਼ਲ ਐਗੋਨਿਸਟ ਟ੍ਰੀਟਮੈਂਟ ਹੈਗਾ, ਜਾਂ ਡੀਟੌਕਸੀਫਿਕੇਸ਼ਨ ਹੈਗੀ ਹੈ, ਸੋ ਇਹਨਾਂ ਚੀਜ਼ਾਂ ਦੇ ਨਾਲ ਲੋਕ ਜੁੜੇ ਨੇ ਆ ਕੇ। 3.5 ਲੱਖ ਲੋਕਾਂ ਦਾ ਟ੍ਰੀਟਮੈਂਟ ਲੈਣ ਦਾ ਮਕਸਦ ਇਹ ਹੈ। ਕਿਸੇ ਗਵਰਨਮੈਂਟ ਨੇ ਹੁਣ ਤੱਕ ਕੋਈ ਅੰਕੜੇ ਨਹੀਂ ਸੀ ਕੱਢੇ, ਹੁਣ ਤਾਂ ਅਵੇਲੇਬਲ ਹੈ ਪੋਰਟਲ ਤੇ, ਅੱਜ ਪੋਰਟਲ ਤੇ ਅਵੇਲੇਬਲ ਨੇ। ਗਵਰਨਮੈਂਟ ਦੇ ਅੰਕੜੇ ਜਿਹੜੇ ਹੈਗੇ ਨੇ ਤੁਹਾਡੇ ਕੋਲ ਈਜ਼ੀਲੀ ਅਵੇਲੇਬਲ ਹੈਗੇ ਨੇ, ਕਿਸੇ ਨੇ ਕੋਈ ਅੰਕੜੇ ਹੀ ਨਹੀਂ ਸੀ ਦੱਸਿਆ ਅੱਜ ਤੱਕ। ਨਹੀਂ ਸਰ, ਉਹੀ ਫਿਰ ਮਸਲੇ ਦੇਖੋ ਨਸ਼ਾ ਇੱਕ ਤਾਂ ਜਿਵੇਂ ਤੁਸੀਂ ਦੱਸਿਆ ਵੀ ਜਿਵੇਂ ਪਹਿਲੇ ਸਮੈਕ, ਫਿਰ ਹੈਰੋਇਨ, ਫਿਰ ਮੈਡੀਕਲ,
ਹੁਣ ਬੁਪਰੀਨੋਰਫਿਨ ਹੈ ਜਿਹੜੀ ਇਹ ਅਲੱਗ, ਇਹ ਫਿਰ ਇੱਕ ਨਸ਼ਾ ਨਹੀਂ ਹੈ, ਇੱਕ ਨਸ਼ਾ ਛੁਡਾਉਣ ਵਾਸਤੇ ਮੈਂ ਉਸੇ ਚੀਜ਼ ਤੇ ਦੂਸਰੇ ਨਸ਼ੇ ਦਾ ਆਦੀ ਬਣਾਇਆ ਜਾ ਰਿਹਾ, ਕਿਉਂਕਿ ਉਹ ਵੀ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਵੀ ਕਈ ਲੋਕ ਸਟੋਰੀਜ਼ ਕਵਰ ਕੀਤੀਆਂ ਸੀ, ਉਹ ਕਹਿੰਦੇ ਵੀ ਜਿਸ ਦਿਨ ਅਸੀਂ ਇਹ ਦਵਾਈ ਨਹੀਂ ਖਾਂਦੇ ਤੇ ਉਸ ਦਿਨ ਸਾਡੀ ਮੁਸ਼ਕਲ ਹੁੰਦਾ, ਕੰਮ ਤੇ ਨਹੀਂ ਜਾ ਪਾਉਂਦੇ। ਚਲੋ ਬਾਡੀ ਐਡਿਕਟਿਵ, ਮੈਂ ਬਿਊਪਰੀਨੋਰਫਿਨ ਬਾਰੇ ਥੋੜਾ ਜਿਹਾ ਡਿਟੇਲ ਚ ਡਿਸਕਸ ਕਰੂੰਗਾ। ਬਿਊਪਰੀਨੋਰਫਿਨ ਇਜ਼ ਐਨ ਓਪੀਓਇਡ, ਇਟ ਇਜ਼ ਅ ਹਾਈ ਸੀਲਿੰਗ ਓਪੀਓਇਡ। ਓਪੀਓਇਡ ਇਜ਼ ਨਹੀਂ ਮੈਂ ਇੱਕ ਡਿਟੇਲ ਸਮਝਾ ਰਿਹਾ। ਇਟ ਇਜ਼ ਐਨ ਓਪੀਓਇਡ। ਓਪੀਓਇਡ ਇਜ਼ ਅ ਫਾਰਮ ਆਫ ਮੈਡੀਸਿਨ ਜਿਹੜੀ ਓਪੀਓਇਡ ਰਿਸੈਪਟਰਸ ਦੇ ਉੱਤੇ ਜਾ ਕੇ ਬੋਡੀ ਨੂੰ ਅਫੈਕਟ ਕਰਦੀ। ਸੋ ਇਟ ਇਜ਼ ਅ ਫਾਰਮ ਆਫ ਅ ਹਾਈ ਸੀਲਿੰਗ। ਹਾਈ ਸੀਲਿੰਗ ਮਤਲਬ ਕਿ ਇਹਦਾ ਇੱਕ ਇਫੈਕਟ ਜਿਹੜਾ ਹੈਗਾ ਇੱਕ ਪਾਰਟਿਕੂਲਰ ਲੈਵਲ ਤੇ ਆ ਕੇ ਖਤਮ ਹੋ ਜਾਂਦਾ, ਉਸ ਤੋਂ ਅੱਗੇ ਇਹਦਾ ਇਫੈਕਟ ਨਹੀਂ ਆਉਂਦਾ। ਸੋ ਇਹ ਜਿਹੜਾ ਵੀ ਕੋਈ ਲੈ ਰਿਹਾ, ਮੰਨ ਲਓ ਜੇ ਕੋਈ ਹੈਰੋਇਨ ਲੈ ਰਿਹਾ ਜਾਂ ਟੀਕੇ ਲਗਾ ਰਿਹਾ ਹੈਗਾ, ਉਹਦੇ ਤੇ ਬਕਾਇਦਾ ਇਹਦੇ ਯੂਜ਼ ਵਾਸਤੇ ਪੀਜੀਆਈ ਦੇ ਵੱਲੋਂ ਔਰ ਸਾਡੀ ਪੰਜਾਬ ਸਰਕਾਰ ਦੇ ਵੱਲੋਂ ਗਾਈਡਲਾਈਨਸ ਇਸ਼ੂ ਕੀਤੀਆਂ ਗਈਆਂ ਸੀ, ਜਿਨ੍ਹਾਂ ਨੂੰ ਐਸਓਪੀਸ ਕਹਿੰਦੇ ਜੀ। ਸੋ ਦੈਟ ਇਜ਼ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਗਾਈਡਲਾਈਨਸ। ਸੋ ਇਹਦੇ ਤੇ ਗਾਈਡਲਾਈਨਸ ਦਿੱਤਾ ਗਿਆ ਸੀਗਾ, ਜਿਹੜਾ ਇਨੀਸ਼ੀਅਲੀ ਆਪਾਂ ਸ਼ੁਰੂ ਕੀਤਾ ਸੀਗਾ, ਉਹਦੇ 'ਚ ਸੀਗਾ ਕਿ ਇਹਦੇ ਅੰਦਰ ਜਿਹੜੇ ਲੋਕ ਨਸ਼ਾ ਕਰਦੇ ਨੇ, ਜਿਹੜੇ ਟੀਕੇ ਲੈਂਦੇ ਨੇ ਜਾਂ ਹਾਈ ਡੋਜ਼ਸ ਆਫ ਓਪੀਓਇਡਸ ਲੈਂਦੇ ਨੇ, ਹੈਰੋਇਨ ਫੋਰ ਐਗਜ਼ਾਮਪਲ ਲੈਂਦੇ ਨੇ, ਜਾਂ ਹਾਈ ਡੋਜ਼ ਆਫ ਓਪੀਓਇਡ ਅਫੀਮ ਵੀ ਸਮਝ ਲਓ ਲੈਂਦੇ। ਸੋ ਕੈਟਾਗਰੀਜ਼ ਬਣਾਤੀਆਂ, ਡੋਜ਼ਸ ਡਿਫਾਈਨ ਕਰ ਦਿੱਤੀਆਂ। ਉਹਨਾਂ ਨੇ ਦੱਸਿਆ ਕਿ ਇਹਨਾਂ ਲੋਕਾਂ ਦੇ ਵਿੱਚ ਅਸੀਂ ਪ੍ਰੈਫਰਡ ਮੋਡੈਲਿਟੀ ਆਫ ਟ੍ਰੀਟਮੈਂਟ ਜਿਹੜੀ ਹੈਗੀ ਹੈ ਉਹ ਬੁਪਰੀਨੋਰਫਿਨ ਹੈ। ਸੈਕੰਡ ਜਿਹੜੀ ਇਹਦੇ ਅੰਦਰ ਚੀਜ਼ ਹੈਗੀ ਸੀ ਕਿ ਪੇਸ਼ੈਂਟ ਦੀ ਆਪਣੀ ਆਪਸ਼ਨ ਕੀ ਹੈ। ਪੇਸ਼ੈਂਟ ਦੱਸੇਗਾ ਨਾ ਕਿ ਮੈਂ ਇਹ ਗੋਲੀ ਲੈਣਾ ਚਾਹਨਾ ਜਾਂ ਨਹੀਂ ਲੈਣਾ ਚਾਹੁੰਦਾ, ਜਾਂ ਮੈਂ ਡੀਟੌਕਸੀਫਾਈ ਕਰਾਉਣਾ ਚਾਹਨਾ। ਜਿਹੜੇ ਲੋਕ ਹਾਈਲੀ ਮੋਟੀਵੇਟਡ ਨੇ, ਜਿਹੜੇ ਲੋਕਾਂ ਦਾ ਮਨ ਕਰਦਾ ਹੈ ਕਿ ਮੈਂ ਜੀ ਨਸ਼ਾ ਪੂਰੀ ਤਰ੍ਹਾਂ ਤਿਆਗਣਾ, ਉਹਨਾਂ ਦੇ ਲਈ ਰੈਪਿਡ ਡੀਟੌਕਸੀਫਿਕੇਸ਼ਨ ਵਰਗੀ ਹੋਰ ਮੋਡੈਲਿਟੀ ਵੀ ਅਵੇਲੇਬਲ ਹੈਗੀ, ਜਿਹਦੇ ਵਿੱਚ 21 ਦਿਨ ਜਾਂ 42 ਦਿਨਾਂ ਦੇ ਅੰਦਰ ਅੰਦਰ ਆਪਾਂ ਟੇਪਰ ਡਾਊਨ ਕਰਕੇ ਦਵਾਈ ਵੀ ਛੁਡਵਾ ਸਕਦੇ। ਓਕੇ। ਸੋ ਇਹ ਪੇਸ਼ੈਂਟ ਦੀ ਮੋਡੈਲਿਟੀ ਹੈ, ਪੇਸ਼ੈਂਟ ਨੇ ਵੀ ਡਿਸਾਈਡ ਕਰਨਾ ਹੈ। ਇਹ ਨਹੀਂ ਹੈਗਾ ਕਿ ਇਕੱਲਾ ਡਾਕਟਰ ਹੀ ਡਿਸਾਈਡ ਕਰੇਗਾ ਇਸ ਟ੍ਰੀਟਮੈਂਟ ਮੋਡੈਲਿਟੀ ਨੂੰ, ਪੇਸ਼ੈਂਟ ਵੀ ਡਿਸਾਈਡ ਕਰੇਗਾ ਕਿ ਮੈਂ ਜੀ ਆਹ ਚੀਜ਼ ਲੈਣਾ ਚਾਹੁੰਦਾ। ਸੋ ਪੇਸ਼ੈਂਟ ਦੀ ਮੋਟੀਵੇਸ਼ਨ ਤੇ ਵੀ ਡਿਪੈਂਡ ਕਰਦਾ। ਜਦੋਂ ਉਹਦੀ ਇੰਟਰਵਿਊ ਕਰਦੇ ਆ, ਉਹਦੇ ਕੋਲੋਂ ਪ੍ਰੋਪਰਲੀ ਅਸੀਂ ਪੁੱਛਿਆ ਜਾਂਦਾ ਕਿ ਕਿਹੜਾ ਟ੍ਰੀਟਮੈਂਟ ਮੋਡੈਲਿਟੀ ਉਹ ਚਾਹੁੰਦੇ ਨੇ। ਡਾਕਟਰ ਸਾਹਿਬ ਕਿਆ ਦੇਖੋ, ਕਿਆ ਇੱਕ ਤਾਂ ਪਹਿਲਾਂ ਇਹ ਸਵਾਲ ਹੈ ਜੀ ਵੀ ਇਸ ਏਜ ਗਰੁੱਪ ਕਿਹੜਾ ਸ਼ਾਮਲ ਹੈ, ਤੇ ਕਿਆ ਹੁਣ ਲੜਕੀਆਂ ਜਾਂ ਲੇਡੀਜ਼ ਵੀ ਇਸ ਵੱਲ ਜਾ ਰਹੀਆਂ? ਇਸ ਤਰ੍ਹਾਂ ਹੈ ਕਿ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਜਿਵੇਂ ਮੈਂ ਤੁਹਾਨੂੰ ਇਹੀ ਗੱਲ ਕੀਤੀ ਹੈਗੀ ਹੈ ਕਿ 15 to 35 ਏਜ ਗਰੁੱਪ ਜਿਹੜਾ ਹੈਗਾ, 15 ਤੋਂ 35 ਸਾਲ ਦਾ ਏਜ ਗਰੁੱਪ ਜਿਹੜਾ ਹੈ, ਇਹ ਸਭ ਤੋਂ ਜ਼ਿਆਦਾ ਅਫੈਕਟਡ ਏਜ ਗਰੁੱਪ ਹੈਗਾ। ਰਾਈਟ। ਇਹ ਉਹ ਲੋਕ ਨੇ ਜਿਹੜੇ ਇਕਨੋਮੀ ਨੂੰ ਡਰਾਈਵ ਕਰਦੇ ਨੇ, ਔਰ ਇਹੀ ਤੁਸੀਂ ਦੇਖਿਓ ਉਹ ਏਜ ਗਰੁੱਪ ਹੈਗਾ ਜਿਹਦੇ ਅੰਦਰ ਸਾਡਾ ਜਿਹੜਾ ਯੂਥ ਆ, ਜਿਹੜਾ ਬਾਹਰ ਨੂੰ ਵੀ ਮਾਈਗ੍ਰੇਟ ਕਰ ਰਿਹਾ, ਇਹੀ ਯੂਥ ਹੈ। ਹਾਂ, ਬਿਲਕੁਲ ਠੀਕ ਹੈ। ਹੁਣ ਸਾਡੀ ਇਕਨੋਮੀ, ਆਪਾਂ ਅੱਜ ਰਿਅਲਾਈਜ਼ ਕਰਾਂਗੇ ਕਿ ਸਾਡੀ ਇਕਨੋਮੀ ਪਿਛਲੇ 20 ਸਾਲਾਂ ਦੇ ਅੰਦਰ ਡਾਊਨਵਰਡ ਟ੍ਰੈਂਡ ਗਈ ਹੈ। ਸਰਕਾਰ ਚਾਹੇ ਜਿਹਦੀ ਮਰਜ਼ੀ ਹੈ, ਟ੍ਰੈਂਡ ਡਾਊਨਵਰਡ ਗਿਆ, ਔਰ ਬਾਹਰ ਜਾਣ ਦਾ ਟ੍ਰੈਂਡ ਜਿਹੜਾ ਉਹ ਵੱਧਦਾ ਗਿਆ, ਉਹ ਹਰ ਵੱਧ ਰਿਹਾ, ਬਿਲਕੁਲ ਵੱਧ ਰਿਹਾ। ਸੋ ਉਹਦੇ 'ਚ ਕਿਆ ਹੈਗਾ ਕਿ ਜੇ ਕਿਤੇ ਨਾ ਕਿਤੇ, ਬਿਕੋਜ਼ ਲਾਈਕ ਯੂ ਸੈਡ ਕਿ ਦਿਸ ਇਜ਼ ਵਨ ਆਫ ਦੀ ਫੈਕਟਰਸ ਜਿਹੜਾ ਕਿ ਸਾਡੀ ਪੋਲਿਟਿਕਸ ਦੇ ਅੰਦਰ ਵੀ ਔਰ ਸਾਡੀ ਇਕਨੋਮੀ ਦੇ ਅੰਦਰ ਵੀ, ਇਟ ਇਜ਼ ਵਨ ਆਫ ਦੀ ਇੰਪੋਰਟੈਂਟ ਫੈਕਟਰਸ। ਡਰਗ ਐਡਿਕਸ਼ਨ ਜਾਂ ਡਰਗ ਡਿਪੈਂਡੈਂਸ ਨੂੰ ਵਰਡ ਆਪਾਂ ਟਰਮੀਨੋਲੋਜੀ ਅਗਰ ਯੂਜ਼ ਕਰੀਏ ਤਾਂ ਡਰਗ ਡਿਪੈਂਡੈਂਸ ਜਿਹੜੀ ਹੈ ਇਹ ਇੱਕ ਵੱਡਾ ਫੈਕਟਰ ਹੈ। ਪੰਜਾਬ, ਇਫ ਯੂ ਗੋ ਬਾਈ ਦੀ ਪਰ ਕੈਪੀਟਾ ਇਨਕਮ ਔਰ ਜਿਹੜੀ ਸਟੈਂਡਰਡ ਆਫ ਲਿਵਿੰਗ ਵਾਈਜ਼ ਜਾਂ ਜਿਹੜੇ ਹੋਰ ਵੀ ਪੈਰਾਮੀਟਰਸ ਹੁੰਦੇ, ਕੁਆਲਿਟੀ ਆਫ ਲਾਈਫ ਇੰਡੈਕਸ ਕਹਿੰਦੇ ਉਸ ਨੂੰ, ਅੱਜ ਤੋਂ 20 ਸਾਲ ਪਹਿਲਾਂ ਨੰਬਰ 1 ਸੂਬਾ ਸੀ। ਅੰਕੜੇ ਵੀ ਹੈਗੇ ਸੀਗੇ, ਅੰਕੜੇ ਵੀ ਹੈਗੇ ਨੇ, ਇਸ ਚੀਜ਼ ਦੀ ਗਵਰਨਮੈਂਟ ਫਿਗਰਸ ਵੀ ਹੈਗੀਆਂ ਨੇ। ਤੁਸੀਂ ਅਗਰ ਦੇਖੋਗੇ 2009 ਤੋਂ ਲੈ ਕੇ 2005 ਤੇ ਅਰਾਊਂਡ ਤੱਕ, ਹਾਂ ਹੁਣ ਅਸੀਂ 14ਵੇਂ 15ਵੇਂ ਨੰਬਰ ਤੇ ਆ ਗਏ, ਹੁਣ ਅਸੀਂ 14ਵੇਂ 15ਵੇਂ ਨੰਬਰ ਤੇ ਹੈਗੇ ਆ ਇਸ ਟਾਈਮ ਤੇ। ਸੋ ਕਿਤੇ ਨਾ ਕਿਤੇ ਸਾਡੇ ਯੂਥ ਦਾ ਬਾਹਰ ਮਾਈਗ੍ਰੇਟ ਕਰਨ ਦਾ ਟ੍ਰੈਂਡ, ਤੁਸੀਂ ਬਿਲੀਵ ਕਰਿਓ 2009 ਦੇ ਅੰਦਰ ਮੈਨੂੰ ਆਪਸ਼ਨ ਸੀਗੀ ਬਾਹਰ ਜਾਣ ਦੀ। ਆਸਟ੍ਰੇਲੀਆ ਤੋਂ ਮੈਨੂੰ ਲੈਟਰ ਆਫ ਇਨਵੀਟੇਸ਼ਨ ਵੀ ਆਇਆ ਸੀਗਾ, ਮੈਂ ਉੱਥੇ ਐਜ਼ ਰੈਜ਼ੀਡੈਂਟ ਮੈਂ ਜੁਆਇਨ ਕਰ ਸਕਦਾ ਸੀ। 2009 ਦੀ ਮੈਂ ਗੱਲ ਕਰ ਰਿਹਾ। ਨਾ ਜਾਣ ਦਾ ਕਾਰਨ ਸਿਰਫ ਇਹ ਸੀਗਾ ਕਿ ਮੈਂ ਆਪਣੀ ਸਟੇਟ ਦੇ ਲਈ ਕੁਝ ਕਰਨਾ ਚਾਹੁੰਦਾ, ਜਿੱਥੇ ਮੈਂ ਪੈਦਾ ਹੋਇਆ, ਜਿੱਥੇ ਮੈਂ ਕੁਝ ਕੀਤਾ। ਪਰ ਅੱਜ ਦਾ ਯੂਥ, ਜੇ ਮੈਂ ਕਹਾਂ ਕਿ ਅੱਜ ਮੈਨੂੰ ਆਪਸ਼ਨ ਦਿਓਗੇ ਤਾਂ ਆਈ ਵੁੱਡ ਲਾਈਕ ਟੂ ਗੋ।
ਰੀਜ਼ਨ ਮਲਟੀਪਲ ਰੀਜ਼ਨਸ ਜਿਨ੍ਹਾਂ ਦੀ ਡਿਸਕਸ਼ਨ ਕਰ ਰਹੇ ਹਾਂ, ਵਿੱਚੋਂ ਇੱਕ ਰੀਜ਼ਨ ਨਸ਼ਾ, ਵਨ ਆਫ ਰੀਜ਼ਨ ਹੈ, ਵਨ ਆਫ ਦ ਰੀਜ਼ਨਸ ਨਸ਼ਾ। ਮੈਨੂੰ ਡਰ ਲੱਗਦਾ ਅੱਜ ਕਿ ਮੇਰੇ ਬੱਚੇ ਨਾ ਕਿਤੇ ਇਸ ਚਪੇਟ ਚ ਆ ਜਾਣ। ਡਾਕਟਰ ਸਾਹਿਬ ਕੀ ਲੜਕੀਆਂ ਵੀ ਨਸ਼ੇ ਲੈ ਰਹੀ? ਲੜਕੀਆਂ ਦਾ ਟ੍ਰੈਂਡ ਥੋੜਾ ਜਿਹਾ ਇਨਕਰੀਜ਼ ਜ਼ਰੂਰ ਹੋਇਆ ਸੀ ਵਿੱਚੇ ਜੇ, ਬਟ ਇਟ ਵਾਸ 1.5 ਇਅਰਸ ਬੈਕ। ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਹੁਣ ਘਟ ਰਿਹਾ, ਕਾਫੀ ਘਟਿਆ। ਤੁਹਾਨੂੰ ਮੈਂ ਉਹੀ ਦੱਸ ਰਿਹਾ ਨਾ ਕਿ ਸੀਰੀਅਸਨੈਸ ਗਵਰਨਮੈਂਟ ਦੀ ਹੈਗੀ ਹੈ, ਉਹ ਆਪਾਂ ਨੂੰ ਦਿਖਦੀ ਵੀ ਹੈ। ਹਾਂ, ਸੀਰੀਅਸ ਹੈ ਗਵਰਨਮੈਂਟ, ਕੋਈ ਸ਼ੱਕ ਨਹੀਂ। ਅੰਕੜੇ ਵੀ ਹੈਗੇ ਨੇ। ਓਟ ਸੈਂਟਰਸ ਨਵੇਂ, ਤੁਸੀਂ ਬਿਲੀਵ ਕਰੋ, ਓਟ ਸੈਂਟਰਸ 2200 ਓਟ ਸੈਂਟਰਸ ਤੋਂ ਉੱਤੇ ਪੰਜਾਬ ਦੇ ਅੰਦਰ ਖੋਲੇ ਗਏ ਨੇ, ਜਿਸ ਚੋਂ 15 ਸੈਂਟਰ ਜਿਹੜੇ ਅੰਮ੍ਰਿਤਸਰ ਐਂਡ ਸਰਾਊਂਡਿੰਗ ਡਿਸਟ੍ਰਿਕਟ ਦੇ ਅੰਦਰ ਜਿਹੜੇ ਹੈਗੇ ਨੇ, ਪੈਰੀਫਰੀ ਚ ਵੀ। ਅੱਛਾ ਡਾਕਟਰ ਸਾਹਿਬ, ਇੱਕ ਇਹ ਵੀ ਸਵਾਲ ਹੈ ਜੀ, ਦੇਖੋ ਕਈ ਦੇਖਣ 'ਚ ਆਇਆ ਆਮ ਤੌਰ ਤੇ ਡੀ ਐਡਿਕਸ਼ਨ ਸੈਂਟਰ 'ਚ ਇਲਾਜ ਕਰਾਉਣ ਆਉਂਦੇ ਆ ਲੋਕ, ਜਿਹੜਾ ਨਸ਼ਾ ਕਰਦਾ ਹੈ ਉਹ ਇਲਾਜ ਕਰਾ ਜਾਂਦਾ ਹੈ, ਨਸ਼ਾ ਛੱਡ ਵੀ ਦਿੰਦੇ ਨੇ, ਬਟ ਉਸ ਤੋਂ ਬਾਅਦ ਕਾਫੀ ਸਾਰੇ ਕੇਸਿਸ ਇਸ ਤਰ੍ਹਾਂ ਦੇ ਆ ਰਹੇ ਨੇ, ਉਹ ਫਿਰ ਦੁਬਾਰਾ ਨਸ਼ੇ 'ਚ ਲੱਗ ਜਾਂਦੇ ਨੇ। ਸੋ ਰਿਲੈਪਸਿਸ ਦਾ ਮੈਂ ਕਾਰਨ ਦੱਸੂਗਾ ਕਿ ਇਟ ਇਜ਼ ਅ ਰਿਲੈਪਸਿੰਗ ਐਂਡ ਰਿਮਿਟਿੰਗ ਟਾਈਪ ਆਫ ਇਲਨੈਸ। ਇਹ ਬਾਕੀ ਦਿਮਾਗੀ ਬਿਮਾਰੀਆਂ ਦੀ ਤਰ੍ਹਾਂ ਹੀ ਇੱਕ ਬਿਮਾਰੀ ਹੈ। ਸਾਨੂੰ ਕਿਸੇ ਨੂੰ ਨਸ਼ੇੜੀ ਕਹਿ ਕੇ ਟੈਗ ਨਹੀਂ ਲਗਾਉਣਾ ਹੈ, ਕਿ ਸਾਨੂੰ ਕਿਸੇ ਨੂੰ ਲੇਬਲ ਨਹੀਂ ਕਰਨਾ ਇਸ ਚੀਜ਼ ਕਹਿ ਕੇ ਕਿ ਹਾਂ ਜੀ ਇਹ ਬੰਦਾ ਨਸ਼ੇੜੀ ਹੈਗਾ, ਇਹ ਬੰਦਾ ਇਹ ਉਹ ਟੈਗ ਔਰ ਸਟਿਗਮੈਟਾਈਜੇਸ਼ਨ ਜਿਹੜੀ ਹੈਗੀ ਹੈ ਨਾ, ਟ੍ਰੀਟਮੈਂਟ ਕਿਤੇ ਨਾ ਕਿਤੇ ਉਹ ਹਿੰਡਰੈਂਸ ਪੈਦਾ ਕਰਦੀ ਹੈ ਟ੍ਰੀਟਮੈਂਟ ਦੇ ਅੰਦਰ। ਪਹਿਲੀ ਗੱਲ ਇਹ। ਸੈਕਿੰਡ, ਇਹ ਨੇਚਰ ਆਫ ਇਲਨੈਸ ਇਸ ਤਰ੍ਹਾਂ ਦੀ ਹੈ। ਫੋਰ ਐਗਜ਼ਾਮਪਲ, ਇੱਕ ਬੰਦਾ ਡਾਇਬਟੀਜ਼ ਦੀ ਦਵਾਈ ਖਾਂਦਾ, ਦਵਾਈ ਖਾਂਦਿਆਂ ਕਿਸੇ ਸ਼ਾਦੀ ਤੇ ਗਿਆ, ਉੱਥੇ ਜਾ ਕੇ ਉਸਨੇ ਜੀ ਰਸਗੁੱਲੇ ਖਾ ਲਏ, ਗੁਲਾਬ ਜਾਮੁਨ ਖਾ ਲਏ, ਉਹਦੀ ਸ਼ੂਗਰ ਲੈਵਲ ਵੱਧ ਗਈ। ਇਹ ਵੀ ਤੇ ਇੱਕ ਕਿਸਮ ਦਾ ਰਿਲੈਪਸ ਹੀ ਹੈ। ਇੱਕ ਹਾਈਪਰਟੈਂਸਿਵ ਪੇਸ਼ੈਂਟ ਹੈਗਾ, ਉਹ ਹਾਈਪਰਟੈਂਸਿਵ ਪੇਸ਼ੈਂਟ ਨਮਕ ਵਾਲੀ ਕੋਈ ਸਬਜ਼ੀ ਖਾ ਲੈਂਦਾ ਹੈ, ਜਾਂ ਉਹਨੂੰ ਕੁਝ ਚੀਜ਼ ਅੱਛੀ ਲੱਗਦੀ ਹੈ, ਸਮੋਸੇ ਵਗੈਰਾ ਖਾ ਲੈਂਦਾ ਹੈ, ਉਹਦਾ ਬੀਪੀ ਵੱਧ ਜਾਂਦਾ ਹੈ। ਇਹ ਵੀ ਇੱਕ ਕਿਸਮ ਦਾ ਰਿਲੈਪਸ ਹੀ ਹੈ। ਉਹ ਵੀ ਰਿਲੈਪਸਿੰਗ ਐਂਡ ਰਿਮਿਟਿੰਗ ਟਾਈਪ ਆਫ ਇਲਨੈਸਸ ਹੈਗੀਆਂ ਨੇ। ਨਹੀਂ ਡਾਕਟਰ ਸਾਹਿਬ, ਉਹਦੇ 'ਚ ਦੋ ਗੱਲਾਂ ਹੈ, ਇੱਕ ਕਿਆ ਬਾਡੀ ਮੰਗਦੀ ਹੈ ਜਾਂ ਉਹਦੀ ਉਹ ਸੰਗਤ ਜਿਹਦੇ 'ਚੋਂ ਪਹਿਲੇ ਰਿਹਾ ਹੁੰਦਾ ਹੈ। ਇਹਦੇ ਚਲੋ ਇਹਦੀ ਫਿਰ ਪੈਥੋਫਿਜ਼ੀਓਲੋਜੀ ਤੁਹਾਨੂੰ ਥੋੜੀ ਜਿਹੀ ਸਮਝਾਵਾਂ। ਇਹਦੇ ਨਾਲ ਹੀ ਉਹ ਕਿ ਕਿਆ ਉਹਨੂੰ ਘਰੋਂ ਮੈਨੇ ਮਿਲਦੇ ਨੇ ਵੀ ਤੂੰ ਨਸ਼ੇੜੀ ਹੈ, ਇਹ ਤਿੰਨ ਚੀਜ਼ਾਂ। ਓਕੇ, ਸੋ ਇਹਦੇ ਅੰਦਰ ਫੈਕਟਰਸ ਆਪਾਂ ਅਲੱਗ-ਅਲੱਗ ਡਿਸਕਸ ਕਰਾਂਗੇ। ਸੋ ਇਹਦੇ ਅੰਦਰ 3 ਫੈਕਟਰਸ ਨੇ ਜਿਹੜੇ ਤੁਸੀਂ ਤਿੰਨੇ ਰਾਈਟਲੀ ਪੁਆਇੰਟ ਆਊਟ ਕੀਤੇ ਨੇ। ਸਭ ਤੋਂ ਪਹਿਲਾ ਹੈਗਾ ਸਾਈਕੋਲੋਜੀਕਲ ਡਿਪੈਂਡੈਂਸ। ਸਾਈਕੋਲੋਜੀਕਲ ਡਿਪੈਂਡੈਂਸ ਇਹ ਡਿਪੈਂਡੈਂਸ ਹੁੰਦੀ ਹੈ ਕਿ ਮੈਂ ਅੱਜ ਨਸ਼ਾ ਕਰਨ ਦਾ ਮੇਰਾ ਦਿਲ ਕਰ ਰਿਹਾ, ਮੈਂ ਇੱਕ ਹਾਈ ਫੀਲ ਕਰਦਾ ਜਾਂ ਇੱਕ ਰਿਲੈਕਸ ਸਟੇਟ ਆਫ ਮਾਈਂਡ ਫੀਲ ਕਰਦਾ ਜਦੋਂ ਮੈਂ ਨਸ਼ਾ ਕਰ ਲੈਣਾ ਜੀ। ਦਿਸ ਇਜ਼ ਸਾਈਕੋਲੋਜੀਕਲ ਡਿਪੈਂਡੈਂਸ। ਠੀਕ ਹੈ। ਸੈਕਿੰਡ ਇਜ਼ ਫਿਜ਼ੀਕਲ ਡਿਪੈਂਡੈਂਸ। ਫਿਜ਼ੀਕਲ ਡਿਪੈਂਡੈਂਸ ਇਜ਼ ਕਿ ਜੇ ਮੈਂ ਨਸ਼ਾ ਨਾ ਕਰਾਂ ਮੈਨੂੰ ਤੋੜ ਵੱਜਣ ਲੱਗ ਪੈਂਦੀ, ਬਾਡੀ ਮੰਗਦੀ ਹੈ। ਬਾਡੀ ਮੰਗਦੀ ਹੈ। ਕੋਈ ਨਸ਼ਾ ਅਗਰ ਨਹੀਂ ਕਰ ਰਿਹਾ ਬੰਦਾ, ਉਸ ਦੀ ਬਾਡੀ ਨੂੰ, ਜਿਹਨੂੰ ਵਿਡਰੋਲਸ ਜਾਂ ਤੋੜ ਪੰਜਾਬੀ ਚ ਕਹਿ ਦਿੱਤਾ ਜਾਂਦਾ ਹੈ, ਵਿਡਰੋਲਸ ਆਉਂਦੇ ਨੇ। ਵਿਡਰੋਲਸ ਕਿਸ ਕਿਸਮ ਦੇ ਹੋ ਸਕਦੇ ਨੇ? ਬਾਡੀ ਏਕਸ ਬਹੁਤ ਜ਼ਿਆਦਾ ਹੁੰਦੀ, ਅੱਖਾਂ ਚੋਂ ਪਾਣੀ, ਨੱਕ ਚੋਂ ਪਾਣੀ, ਡਾਇਰੀਆ ਲੱਗ ਜਾਣਾ, ਅੱਛੀ ਫੀਲਿੰਗ ਨਾ ਆਣਾ, ਡਿਸਫੋਰੀਆ ਯਾਨੀ ਕਿ ਮਨ ਦੀ ਉਦਾਸੀ ਆ ਜਾਣੀ, ਜਾਂ ਨੀਂਦ ਨਾ ਆਣਾ, ਇਨਸੋਮਨੀਆ ਜਿਹਨੂੰ ਕਹਿ ਦਿੱਤਾ ਜਾਂਦਾ। ਸੋ ਇਹ ਸਾਰੇ ਉਹਦੇ ਫੀਚਰਸ ਜਿਹੜੇ ਹੈਗੇ ਨੇ, ਇਹ ਫਿਜ਼ੀਕਲ ਵਿਡਰੋਲ ਦੇ ਫੀਚਰਸ ਯਾਨੀ ਕਿ ਫਿਜ਼ੀਕਲ ਡਿਪੈਂਡੈਂਸ। ਤੀਸਰੀ ਜਿਹੜੀ ਹੈਗੀ ਹੈ ਡਿਪੈਂਡੈਂਸ, ਉਹਨੂੰ ਕੋ ਡਿਪੈਂਡੈਂਸ ਜਾਂ ਸੋਸ਼ਲ ਡਿਪੈਂਡੈਂਸ ਵੀ ਕਹਿ ਦਿੱਤਾ ਜਾਂਦਾ ਹੈ। ਸੋ ਕੋ ਡਿਪੈਂਡੈਂਸ ਜਾਂ ਸੋਸ਼ਲ ਡਿਪੈਂਡੈਂਸ ਇਹ ਚੀਜ਼ ਹੈਗੀ ਹੈ ਕਿ ਕਿਸ ਤਰ੍ਹਾਂ ਦੇ ਅਗਲੇ ਬੰਦੇ ਨੂੰ ਤਾਨੇ ਮੇਨੇ ਕੀਤੇ ਜਾਂਦੇ ਨੇ ਤਾਂ ਕਿ ਉਹ ਬੰਦਾ ਕੋ ਡਿਪੈਂਡੈਂਸ ਮੀਨ ਫੈਮਿਲੀ ਦਾ ਕੀ ਰਵੱਈਆ ਹੈ ਉਹਦੇ ਪ੍ਰਤੀ। ਬਿਲਕੁਲ ਠੀਕ ਹੈ। ਜਾਂ ਇਮੋਸ਼ਨ ਜਿਹਨੂੰ ਐਕਸਪ੍ਰੈਸਡ ਇਮੋਸ਼ਨ ਫੈਮਿਲੀ ਕਹਿੰਦਾ ਐਂਡ ਜਾਂਦਾ, ਸੋਸਾਇਟੀ ਦਾ ਕੀ ਰਵੱਈਆ, ਫੈਮਿਲੀ ਦਾ ਐਂਡ ਸੋਸਾਇਟੀ ਦਾ ਕੀ ਰਵੱਈਆ ਹੈਗਾ। ਜਿਸ ਤਰ੍ਹਾਂ ਹੁਣ ਪਿਛਲੇ 3 ਜਾਂ 4 ਸਾਲ ਤੋਂ ਰਵੱਈਆ ਚੇਂਜ ਹੋਇਆ। ਮੈਂ ਤੁਹਾਨੂੰ ਦੱਸ ਰਿਹਾ ਕਿ ਡੈਪੋ ਪ੍ਰੋਗਰਾਮ ਵੀ ਲਾਂਚ ਹੋਇਆ, ਮਾਈ ਬੜੀ ਪ੍ਰੋਗਰਾਮ ਲਾਂਚ ਹੋਇਆ, ਓਟ ਸੈਂਟਰਸ ਖੁੱਲੇ। ਸੋ ਸਮਾਜ ਦਾ ਰਵੱਈਆ ਕਿਤੇ ਨਾ ਕਿਤੇ ਚੇਂਜ ਆ ਰਿਹਾ, ਐਕਸੈਪਟੈਂਸ ਆ ਰਹੀ ਹੈ। ਤੁਸੀਂ FM ਤੇ ਸੁਣਦੇ ਹੋ, ਉਹਦੇ ਚ ਅਵੇਅਰਨੈਸ ਦੀ ਮਤਲਬ ਇਹ ਹੈਗਾ ਵੀ ਇਟਸ ਅ ਡਿਜ਼ੀਜ਼ ਲਾਈਕ ਐਨੀ ਅਦਰ। ਇਟਸ ਅ ਡਿਜ਼ੀਜ਼ ਜਿਹਦੇ ਇੱਕ ਮਲਟੀ ਫੈਕਟੋਰੀਅਲ ਡਿਜ਼ੀਜ਼ ਹੈ, ਜਿਹਦੇ ਵਿੱਚ ਜੈਨੇਟਿਕ ਕੰਟਰੀਬਿਊਸ਼ਨ ਵੀ ਹੈਗੀ ਹੈ, ਯਾਨੀ ਕਿ ਜੈਨੇਟਿਕਸ 'ਚ ਵੀ ਉਹ ਚੀਜ਼ ਆਉਂਦੀ ਹੈਗੀ ਹੈ, ਯਾਨੀ ਕਿ ਧੁਰੋਂ ਸਾਨੂੰ ਜਿਸ ਤਰ੍ਹਾਂ ਫੈਮਿਲੀ ਦੇ ਅੰਦਰ ਸਾਨੂੰ ਉਹ ਚੀਜ਼ ਮਿਲਦੀ ਹੈਗੀ ਹੈ। ਸੋ ਅਗਰ ਕੋਈ ਕਿਸੇ ਦੇ ਪੇਰੈਂਟਸ ਐਲਕੋਹਲ ਲੈ ਰਹੇ ਨੇ, ਦਿਸ ਮੀਨਸ ਕਿ ਉਹਦੇ ਅੰਦਰ ਚਾਂਸਸ ਜ਼ਿਆਦਾ ਨੇ ਐਲਕੋਹਲ ਲੈਣ ਦੇ ਬਿਕੋਜ਼ ਆਫ ਦ ਜੈਨੇਟਿਕ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਇੱਕ ਪੇਰੈਂਟਸ ਕੋਈ ਡਾਇਬੀਟਿਕ ਹੈਗੇ ਆ ਤੇ ਬੱਚਿਆਂ ਦੇ ਅੰਦਰ ਡਾਇਬੀਟੀਜ਼ ਹੋਣ ਚਾਂਸ, ਜਿਹਦੇ ਪੇਰੈਂਟਸ ਨਹੀਂ ਡਾਇਬੀਟਿਕ ਹੈਗੇ ਉਹਦੇ ਨਾਲੋਂ ਚਾਂਸ ਜ਼ਿਆਦਾ ਨੇ। ਸੋ ਇਸੇ ਤਰੀਕੇ ਇਟ ਇਜ਼ ਐਨ ਇਲਨੈਸ ਵਿਚ ਹੈਜ਼ ਮਲਟੀਫੈਕਟੋਰੀਅਲ ਕਾਜ਼ੇਸ਼ਨ, ਯਾਨੀ ਉਸ ਦਾ ਬਹੁਪੱਖੀ ਇੱਕ ਉਸ ਦੇ ਕਾਜ਼ੇਟਿਵ ਫੈਕਟਰਸ ਕਾਰਨ ਬਹੁਪੱਖੀ ਨੇ, ਔਰ ਟ੍ਰੀਟਮੈਂਟ ਮੋਡੈਲਿਟੀਜ਼ ਵੀ ਬਹੁਪੱਖੀ ਨੇ। ਉਹਦੇ ਅੰਦਰ ਦਵਾਈ ਸਿਰਫ ਇੱਕ ਪਾਰਟ ਹੈ ਟ੍ਰੀਟਮੈਂਟ ਦਾ, ਮਤਲਬ ਮਲਟੀਪਲ ਫੈਕਟਰ ਜਿਹੜੇ ਤੁਸੀਂ ਉਹਦੇ ਚ ਕਾਉਂਸਲਿੰਗਸ ਵੀ ਹੈਗੀਆਂ,
ਫੈਮਿਲੀ ਦੀਆਂ ਕਾਉਂਸਲਿੰਗਸ ਵੀ ਹੈਗੀਆਂ, ਸਮਾਜ ਦੀ ਇਨਵੋਲਵਮੈਂਟ ਵੀ ਉਹਦਾ ਟ੍ਰੀਟਮੈਂਟ ਮੋਡੈਲਿਟੀ ਇੱਕ ਹੈਗੀ ਹੈ, ਬਿਹੇਵੀਅਰ ਚੇਂਜਸ ਵੀ, ਬਿਹੇਵੀਅਰ ਚੇਂਜਸ, ਰੀਹੈਬਿਲਿਟੇਸ਼ਨ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਟ੍ਰੀਟਮੈਂਟ ਦਾ ਪਾਰਟ ਐਂਡ ਪਾਰਸਲ ਨੇ। ਜੇ ਕੋਈ ਬੰਦਾ ਅੱਜ ਹਾਰਟ ਦੀ ਸਰਜਰੀ ਕਰਵਾਉਂਦਾ ਹੈਗਾ, ਹਾਰਟ ਦੀ ਸਰਜਰੀ ਕਰਾਉਣ ਤੋਂ ਬਾਅਦ ਉਹਦੀਆਂ ਆਰਟਰੀਆਂ ਬਲੌਕ ਹੋ ਗਈਆਂ ਨੇ, ਉਸ ਤੋਂ ਬਾਅਦ ਅਗਰ ਉਹ ਫੈਟੀ ਫੂਡ ਖਾਣਾ ਬੰਦ ਨਹੀਂ ਕਰਦਾ ਜਾਂ ਸੈਰ ਕਰਨੀ ਸ਼ੁਰੂ ਨਹੀਂ ਕਰਦਾ ਜਾਂ ਲਾਈਫਸਟਾਈਲ ਮੋਡੀਫਿਕੇਸ਼ਨਸ ਨਹੀਂ ਕਰਦਾ, ਉਹਦਾ ਦੁਬਾਰਾ ਪ੍ਰੋਬਲਮ ਆਉਣ ਦਾ ਰਿਸਕ ਹੈਗਾ। ਇਸੇ ਤਰ੍ਹਾਂ ਹੀ ਇਸ ਬਿਮਾਰੀ 'ਚ ਵੀ ਹੈਗਾ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਤੇ ਡਾਕਟਰ ਸਾਹਿਬ ਤੁਸੀਂ ਇਹਦੇ 'ਚ ਕੁਝ ਹੋਰ ਦੱਸਣਾ ਚਾਹੋ? ਦੇਖੋ, ਤੁਹਾਡੇ ਮਾਧਿਅਮ ਰਾਹੀਂ ਮੈਨੂੰ ਹੁਣ ਇਹ ਆਲਮੋਸਟ 13 ਇਅਰਸ ਹੋ ਗਏ ਨੇ ਲੋਕਾਂ ਨੂੰ ਜਾਗਰੂਕ ਕਰਦੇ ਆ, ਸਮਾਜ ਦੇ ਵਿੱਚ ਵਿਚਰਦੇ ਆ, ਕੈਂਪਸ ਕਰਦੇ ਆ। ਸੋ ਮੈਂ ਅੱਜ ਭੰਡਾਰੀ ਸਾਹਿਬ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਯੂਥ ਨੂੰ ਵੀ ਅਪੀਲ ਕਰਨਾ ਚਾਹੂੰਗਾ, ਸਾਡੇ ਸਮਾਜ ਨੂੰ ਅਪੀਲ ਕਰਨਾ ਚਾਹੂੰਗਾ ਕਿ ਨਸ਼ਾ ਇੱਕ ਸਮਾਜਿਕ, ਫਿਜ਼ੀਓਲੋਜੀਕਲ ਔਰ ਸਾਈਕੋਲੋਜੀਕਲ ਬਿਮਾਰੀ ਹੈਗੀ ਹੈ। ਇਸ ਚੀਜ਼ ਦੇ ਵਿੱਚ ਦੋ ਰਾਏ ਨਹੀਂ ਹੈ। ਔਰ ਇਹਦਾ ਜਿਹੜਾ ਇਲਾਜ ਹੈਗਾ ਉਹ ਬਿਨਾਂ ਸਮਾਜ ਦੀ ਇਨਵੋਲਵਮੈਂਟ ਦੇ, ਬਿਨਾਂ ਫੈਮਿਲੀ ਦੀ ਇਨਵੋਲਵਮੈਂਟ ਦੇ, ਬਿਨਾਂ ਗਵਰਨਮੈਂਟ ਦੀ ਇਨਵੋਲਵਮੈਂਟ ਦੇ ਪੋਸੀਬਲ ਨਹੀਂ ਹੈ। ਲਾਸਟ 3-4 ਸਾਲ ਦੇ ਅੰਦਰ ਜੋ ਗਵਰਨਮੈਂਟ ਦੀ ਇੰਟੈਂਟ ਦੇਖੀ ਹੈ ਉਹਦੇ 'ਚ ਬਹੁਤ ਬਦਲਾਅ ਆਇਆ ਹੈ। ਗਵਰਨਮੈਂਟ ਦੀ ਇੰਟੈਂਟ ਨਸ਼ਾ ਛੱਡਣ ਵਾਲੇ ਪਾਸੇ ਕਾਫੀ ਜ਼ਿਆਦਾ ਹੈ। ਉਹਦੇ ਅੰਦਰ ਡੈਪੋ ਪ੍ਰੋਗਰਾਮਸ, ਓਟ ਸੈਂਟਰਸ ਦਾ ਲਾਂਚ ਹੋਣਾ, ਡਾਕਟਰਸ ਨੂੰ ਰਿਕਰੂਟ ਕਰਨਾ, ਉਹ ਇਹਨਾਂ ਪ੍ਰੋਗਰਾਮਸ ਦੇ ਅੰਦਰ ਸੈਂਟਰਸ ਦਾ ਵਧਾਉਣਾ, ਸੁਸਾਇਟੀ ਦੇ ਵਿੱਚ ਇਹਦੀ ਅਵੇਅਰਨੈਸ ਕ੍ਰੀਏਟ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਸ ਚੀਜ਼ ਨੂੰ ਦਰਸਾਉਂਦੀਆਂ ਨੇ ਕਿ ਗਵਰਨਮੈਂਟ ਬਹੁਤ ਸੀਰੀਅਸ ਹੈ। ਇਸ ਦੇ ਨਾਲ ਨਾਲ ਸਮਾਜ ਨੂੰ ਵੀ ਜਾਗਰੂਕ ਕਰਨ ਦੀ ਬਹੁਤ ਲੋੜ ਹੈਗੀ ਹੈ ਤਾਂ ਕਿ ਸਮਾਜ ਦੇ ਵਿੱਚ ਲੋਕ ਜਿਹੜੇ ਹੈਗੇ ਨੇ ਕਿਸੇ ਦਾ ਟ੍ਰੀਟਮੈਂਟ ਮੋਡੈਲਿਟੀ ਵਿਦਆਊਟ ਸਟਿਗਮਾ ਅਟੈਚ ਕੀਤਿਆਂ ਉਸ ਨੂੰ ਜਾਂ ਬਿਨਾਂ ਉਸ ਨੂੰ ਨਸ਼ੇੜੀ ਜਾਂ ਕੁਝ ਇਸ ਤਰ੍ਹਾਂ ਦੀ ਗੱਲ ਕਹਿਆ ਉਸ ਦਾ ਟ੍ਰੀਟਮੈਂਟ ਜਿਹੜਾ ਹੈਗਾ ਉਹ ਕੀਤਾ ਜਾਵੇ। ਇਹ ਇੱਕ ਸਮਾਜਿਕ ਬਿਮਾਰੀ ਹੈ ਔਰ ਇਸ ਨੂੰ ਸਮਾਜ ਨੂੰ ਨਾਲ ਇਨਵੋल्व ਹੋ ਕੇ ਹੀ ਕੱਢ ਪਾਵਾਂਗੇ ਇਸ ਦੇ ਵਿੱਚੋਂ। धन्यवाद हमारे साथ बात करने के लिए। ये थे डॉक्टर हरजोत सिंह मक्कड़। उन्होंने बताया कि बेरोजगारी सबसे बड़ा मुद्दा है क्योंकि युवा 15 से 35 वर्ष के जो आयु के वर्ग के लोग हैं वो अधिक इसकी चपेट में आ रहे हैं। हमारा यूथ बाहर जा रहा है, लेकिन सरकार पहले से सख्त तो ज़रूर हुई है कि नशा, लेकिन नशे की सामाजिक बुराई को दूर करने के लिए लोगों के सहयोग की आवश्यकता होगी। और यदि कोई नशा करता है तो उसे दूसरे मरीज की तरह ही समझिए, उसके साथ सहानुभूति रखिए, उसे दुत्कारिए नहीं। अमृतसर से D4 न्यूज़ के लिए दीपक भंडारी की खास रिपोर्ट।